ਅੱਜ ਦੀ ਖਬਰ ਜਿਹੜੀ ਅਹਿਮ ਅਖਬਾਰਾਂ ਦਾ ਹਿੱਸਾ ਬਣੀ ਹੋਈ ਆ ਤਾਂ ਬਹੁਤ ਹੀ ਦੁਖਦਾਈ ਖਬਰ ਹੈ ਕਿ ਸ਼ਹੀਦ ਉਦਮ ਸਿੰਘ ਟੰਗੋਰੀ ਕਾਲਜ ਹੈ ਇੰਜੀਨੀਅਰਿੰਗ ਕਾਲਜ ਉਸ ਦੇ ਵਿੱਚ ਵਿਦਿਆਰਥੀਆਂ ਦੀ ਘਾਟ ਦੇ ਕਾਰਨ ਉਸ ਕਾਲਜ ਨੂੰ ਬੰਦ ਕਰ ਦਿੱਤਾ ਗਿਆ। ਜਿੱਦਾਂ ਤੁਸੀਂ ਕਿਹਾ ਗੱਲ ਕਾਲਜ ਦੀ ਨਹੀਂ ਕਿ ਕਾਲਜ ਬੰਦ ਹੋ ਗਿਆ। ਗੱਲ ਇਹ ਹੈ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਜੋ ਮੌਜੂਦਾ ਮਾਹੌਲ ਹੈ ਉਹ ਦਿਖਾਉਣ ਦੀ ਇੱਕ ਝਲਕ ਹੈ। ਹੁਣ ਉਹ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ। ਅੱਜ ਦੇ ਸਮੇਂ ਦੇ ਵਿੱਚ ਪੜ੍ਹਾਈ ਤਾਂ ਲੋਕ ਕਰਨਾ ਚਾਹੁੰਦੇ ਨੇ ਪਰ ਇੰਨੀਆਂ ਮਹਿੰਗੀਆਂ ਪੜ੍ਹਾਈ ਕਰਨੀਆਂ ਲੋਕਾਂ ਦੇ ਵੱਸ ਦੇ ਵਿੱਚ ਨਹੀਂ ਰਿਹਾ। ਕਿਉਂਕਿ ਸਾਡੇ ਕੋਲੇ ਪੰਜਾਬੀਆਂ ਕੋਲੇ ਇੱਕ ਗੱਲ ਪੰਜਾਬੀਆਂ ਦੀ ਬੜੀ ਕਮਾਲ ਦੀ ਹੈ ਕਿ ਜੇ ਇਹਨਾਂ ਨੂੰ ਲੱਗਦਾ ਹੈ ਕਿ ਇੱਧਰਲੇ ਪਾਸੇ ਸਾਡਾ ਭਵਿੱਖ ਚੰਗਾ ਬਣ ਸਕਦਾ ਹੈ, ਇਹ ਨਹੀਂ ਕਿ ਵੀ ਹੁਣ ਪੰਜਾਬੀ ਹੋਣੇ ਤੋਂ ਬਾਹਰ ਜਾਣ ਲੱਗੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਝਾਤ ਮਾਰਦੇ ਹਾਂ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ। ਬਹੁਤ ਸਾਰੀਆਂ ਗੱਲਾਂ ਅਹਿਮ ਹੁੰਦੀਆਂ ਨੇ ਜੋ ਨਾ ਹੀ ਅਖਬਾਰਾਂ ਦਾ ਹਿੱਸਾ ਹੁੰਦੀਆਂ ਨੇ ਤੇ ਨਾ ਹੀ ਟੀਵੀ ਦਾ ਹਿੱਸਾ ਬਣਦੀਆਂ ਨੇ। ਉਹਨਾਂ ਹੀ ਗੱਲਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ, ਇਸ ਦੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ, ਦੱਸਿਆ ਜਾਂਦਾ ਕਿ ਆਖਿਰਕਾਰ ਖਬਰ ਦੇ ਪਿੱਛੇ ਦੀ ਜਿਹੜੀ ਖਬਰ ਹੈ ਉਹ ਕੀ ਹੈ। ਸੋ ਸਾਰੀਆਂ ਹੀ ਖਬਰਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਹੁੰਦੇ ਨੇ ਅਹਿਮ ਸ਼ਖਸੀਅਤ ਜਗਤਾਰ ਸਿੰਘ ਸਿੱਧੂ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ, ਮਿਹਰਬਾਨੀ ਤੁਸੀਂ ਮੌਕਾ ਦਿੰਦੇ ਹੋ ਦਰਸ਼ਕਾਂ ਦੇ ਰੂਬਰੂ ਹੋਣ ਦਾ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ। ਸਾਰੇ ਦਰਸ਼ਕ ਵੈਸੇ ਤਾਂ ਸਿੱਧੂ ਸਾਹਿਬ ਨੂੰ ਜਾਣਦੇ ਨੇ ਪਰ ਫਿਰ ਵੀ ਮੈਂ ਇੱਕ ਵਾਰੀ ਦੱਸ ਦਿੰਦੀ ਹਾਂ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜੋ ਇੱਕ ਸਾਡੇ ਚੰਗੇ ਮਾਰਗਦਰਸ਼ਕ ਨੇ। ਹਰ ਚੀਜ਼ ਤੋਂ ਸਾਨੂੰ ਵੀ ਜਾਣੂ ਕਰਵਾਉਂਦੇ ਨੇ, ਦਰਸ਼ਕਾਂ ਨੂੰ ਸਮੇਂ ਤੇ ਅਹਿਮ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ। ਵੱਖੋ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋ। ਗੱਲ ਭਾਵੇਂ ਚੈਨਲ ਦੇ ਅੰਦਰ ਦੀ ਹੋਵੇ ਤੇ ਖਬਰ ਭਾਵੇਂ ਬਾਹਰ ਦੇਸ਼ ਦੁਨੀਆ ਦੀ ਹੋਵੇ ਤਾਂ ਕੋਈ ਵੀ ਇਹਨਾਂ ਦੀ ਅੱਖੋਂ ਨਹੀਂ ਬਚ ਸਕਦੀ। ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਮੇਸ਼ਾ ਇਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਨਾਲ ਰਹੀਏ ਤਾਂ ਕਿ ਸਾਡੇ ਦਰਸ਼ਕਾਂ ਨੂੰ ਸਮਾਂ ਰਹਿੰਦੇ ਅਹਿਮ ਜਾਣਕਾਰੀ ਜਿਹੜੀ ਉਹ ਮਿਲ ਸਕੇ। ਸੋ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਬੜੀਆਂ ਹੀ ਅਹਿਮ ਰਹਿਣ ਵਾਲੀਆਂ ਨੇ। ਜੇ ਸਭ ਤੋਂ ਪਹਿਲਾਂ ਗੱਲ ਕਰੀਏ ਸਿੱਖਿਆ ਨੂੰ ਲੈ ਕੇ, ਸਿੱਖਿਆ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਵਿਦਿਆਰਥੀਆਂ ਨੂੰ ਲੈ ਕੇ, ਵਿਦਿਆਰਥੀ ਸਾਡੇ 12ਵੀਂ ਕਰ ਲੈਂਦੇ ਨੇ, 10ਵੀਂ ਕਰ ਲੈਂਦੇ ਨੇ, ਉਸ ਤੋਂ ਬਾਅਦ ਉਹਨਾਂ ਦਾ ਇੱਕ ਸੁਪਨਾ ਹੋ ਗਿਆ ਕਿ ਚੰਗੇ ਭਵਿੱਖ ਦੀ ਤਲਾਸ਼ ਦੇ ਲਈ ਬਾਹਰਲੇ ਮੁਲਕਾਂ ਨੂੰ ਚਲੇ ਜਾਈਏ। ਮਾਪੇ ਵੀ ਇਹੀ ਚਾਹੁੰਦੇ ਨੇ ਕਿ ਸਭ ਕੁਝ ਵੇਚ ਵੱਟ ਕੇ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇਈਏ ਤੇ ਉਹਨਾਂ ਨੂੰ ਬਾਹਰ ਭੇਜ ਦਈਏ। ਫਿਰ ਭਾਵੇਂ ਉਹਨਾਂ ਨੂੰ ਕਿਰਾਇਆ ਤੇ ਰੁਲਣਾ ਪਵੇ, ਭਾਵੇਂ ਉਹਨਾਂ ਨੂੰ ਦਿਹਾੜੀਆਂ ਕਰਕੇ ਖਾਣਾ ਪਵੇ, ਆਪਣੀਆਂ ਜ਼ਮੀਨਾਂ ਵੇਚ ਦਿੰਦੇ ਨੇ, ਗਹਿਣੇ ਗੱਟੇ ਵੇਚ ਦਿੰਦੇ ਨੇ, ਆਪਣੇ ਘਰ ਵੇਚ ਦਿੰਦੇ ਨੇ ਕਿ ਉਹਨਾਂ ਦੇ ਬੱਚੇ ਦਾ ਭਵਿੱਖ ਸੁਨਹਿਰੀ ਹੋ ਜਾਵੇ। ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਇੱਕ ਸਮਾਂ ਹੁੰਦਾ ਸੀ ਕਿ ਜਦੋਂ 10ਵੀਂ 12ਵੀਂ ਬੱਚਾ ਕਰਦਾ ਸੀ ਤਾਂ ਉਦੋਂ ਕਹਿੰਦਾ ਸੀ ਕਿ ਮੈਂ ਤਾਂ ਜੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ। ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੀ ਇੱਕ ਤਗੜੀ ਦੌੜ ਲੱਗਦੀ ਸੀ, ਇਗਜ਼ਾਮ ਰੱਖਿਆ ਜਾਂਦਾ ਸੀ, ਜਿਹੜੇ ਉਹਦੇ ਵਿੱਚ ਪਾਸ ਹੁੰਦੇ ਸੀ, ਜਿਹਦੀ ਅੱਛੀ ਮੈਰਿਟ ਆਉਂਦੀ ਸੀ ਉਹਨਾਂ ਨੂੰ ਉਹਦੇ ਵਿੱਚ ਐਡਮਿਸ਼ਨਾਂ ਮਿਲਦੀਆਂ ਸੀਗੀਆਂ। ਪਰ ਅੱਜ ਦੇ ਹਾਲਾਤ ਇਹ ਬਣ ਗਏ ਨੇ ਕਿ ਪ੍ਰੋਫੈਸਰਸ ਨੂੰ ਘਰੋਂ ਘਰੀ ਜਾਣਾ ਪੈ ਰਿਹਾ ਐਡਮਿਸ਼ਨਾਂ ਮੰਗਣ ਦੇ ਲਈ। ਸਾਡੇ ਬੱਚੇ +2 ਤੋਂ ਬਾਅਦ ਸਿੱਧਾ ਵਿਦੇਸ਼ਾਂ ਦੇ ਵੱਲ ਭੱਜ ਰਹੇ ਨੇ ਤੇ ਅੱਜ ਦੀ ਖਬਰ ਜਿਹੜੀ ਅਹਿਮ ਅਖਬਾਰਾਂ ਦਾ ਹਿੱਸਾ ਬਣੀ ਹੋਈ ਆ ਤਾਂ ਬਹੁਤ ਹੀ ਦੁਖਦਾਈ ਖਬਰ ਹੈ ਕਿ ਸ਼ਹੀਦ ਉਦਮ ਸਿੰਘ ਟੰਗੋਰੀ ਕਾਲਜ ਹੈ ਇੰਜੀਨੀਅਰਿੰਗ ਕਾਲਜ, ਉਸ ਦੇ ਵਿੱਚ ਵਿਦਿਆਰਥੀਆਂ ਦੀ ਘਾਟ ਦੇ ਕਾਰਨ ਉਸ ਕਾਲਜ ਨੂੰ ਬੰਦ ਕਰ ਦਿੱਤਾ ਗਿਆ। ਇਸ ਖਬਰ ਦੇ ਲਈ ਆਪਾਂ ਸਿੱਧੂ ਸਾਹਿਬ ਵੱਲ ਵਧਾਂਗੇ ਕਿਉਂਕਿ ਕਾਲਜ ਦਾ ਬੰਦ ਹੋਣਾ, ਇੱਕ ਪੁਰਾਣੇ ਕਾਲਜ ਦਾ ਬੰਦ ਹੋਣਾ ਜਿਸ ਦੇ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਮਿਲੀ, ਸਿੱਖਿਆ ਮਿਲੀ, ਅੱਜ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਕੰਮ ਕਰ ਰਹੇ ਨੇ, ਸਾਰਿਆਂ ਦੀ ਬੜੀ ਅਟੈਚਮੈਂਟ ਹੈ ਉਸ ਕਾਲਜ ਦੇ ਨਾਲ। ਉਸ ਦੇ ਲਈ ਸਿੱਧੂ ਸਾਹਿਬ ਵਧਾਂਗੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਜਿੱਦਾਂ ਤੁਸੀਂ ਕਿਹਾ ਗੱਲ ਕਾਲਜ ਦੀ ਨਹੀਂ ਕਿ ਕਾਲਜ ਬੰਦ ਹੋ ਗਿਆ। ਗੱਲ ਇਹ ਹੈ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਜੋ ਮੌਜੂਦਾ ਮਾਹੌਲ ਹੈ ਉਹ ਦਿਖਾਉਣ ਦੀ ਇੱਕ ਝਲਕ ਹੈ। ਦੇਖੋ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਸਿਆਣਿਆਂ ਨੇ ਬੜੀ ਕਿਸੇ ਨੇ ਕਹਾਵਤ ਬਣਾਈ ਹੈ, ਸਿਆਣਿਆਂ ਨੇ ਕਹਾਵਤਾਂ ਪਤਾ ਨਹੀਂ ਕਿੰਨੇ ਦਹਾਕਿਆਂ ਬਾਅਦ ਕਿੰਨਿਆਂ ਬਾਅਦ ਘੜ ਕੇ ਕਹਾਵਤ ਬਣੀ ਹੋਏਗੀ ਕਿ ਉਹ ਕਹਿੰਦੇ ਕਿ ਦਾਲ 'ਚੋਂ ਜੇ ਇੱਕ ਕੋਕੜੂ ਹੋਵੇ ਤਾਂ ਉਹਦੇ ਨਾਲ ਵੀ ਦਾਲ ਪਛਾਣੀ ਜਾਂਦੀ ਹੈ, ਜਾਂ ਕਿ ਦਾਲ 'ਚ ਕੁਝ ਕਾਲਾ ਤਾਂ ਨਹੀਂ ਹੈਗਾ। ਇੱਕ ਦੋ ਵੀ ਦਾਣੇ ਕਾਲੇ ਹੁੰਦੇ ਤਾਂ ਪਤਾ ਲੱਗ ਜਾਂਦਾ ਕਿ ਦਾਲ 'ਚ ਕੀ ਕਾਲਾ ਹੈ ਜੀ। ਸੋ ਇੰਜੀਨੀਅਰਿੰਗ ਕਾਲਜ ਦੀ ਜੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ 'ਚ ਖੁੰਬਾਂ ਦੀ ਤਰ੍ਹਾਂ ਇੱਥੇ ਇੰਜੀਨੀਅਰਿੰਗ ਕਾਲਜ ਉੱਗੇ। ਇੱਕ ਦੌਰ ਸੀ ਜਦੋਂ ਬਹੁਤ ਵੱਡੀ ਗਿਣਤੀ 'ਚ ਇੰਜੀਨੀਅਰਿੰਗ ਕਾਲਜ ਜਿਹੜੇ ਹੈਗੇ ਆ ਬਣੇ, ਬੱਚਿਆਂ ਨੂੰ ਇੰਜੀਨੀਅਰਿੰਗ ਖੇਤਰ ਜਾਣ ਦੀ ਗੱਲ ਹੋਈ। ਮੈਡੀਕਲ ਲਾਈਨ ਦੀ ਗੱਲ ਉਨੀ ਬਾਅਦ 'ਚ ਆਈ ਜਿਹੜੀ ਖੁੱਲ੍ਹ ਕੇ, ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਸਾਰੇ ਸਟੂਡੈਂਟਸ ਦਾ ਇਹ ਸੀ ਜੇ ਮੋਟੀ ਜਿਹੀ ਗੱਲ ਹੁੰਦੀ ਸੀ ਕਿ ਤੁਸੀਂ ਆਰਟਸ ਜਾਂ ਇੰਜੀਨੀਅਰਿੰਗ ਕਾਲਜ,
ਮਾਪੇ ਡਿਸਾਈਡ ਕਰਦੇ ਸੀ ਕਿ ਇੰਜੀਨੀਅਰਿੰਗ ਕਾਲਜ ਜਾਣਾ ਹੈ, ਕਿ ਬੱਚਾ ਕੱਲ੍ਹ ਇੰਜੀਨੀਅਰ ਬਣੇਗਾ, ਕਿਸੇ ਵੱਡੇ ਅਹੁਦੇ ਤੇ ਜਾਏਗਾ। ਜਿਸ ਕਾਲਜ ਦੀ ਨਿਰਦੀ ਤੁਸੀਂ ਗੱਲ ਕਰਦੇ, ਮੈਂ ਉਦੋਂ ਉਹਨਾਂ ਦਿਨਾਂ 'ਚ ਰਿਪੋਰਟਰ ਸੀ ਜਦੋਂ ਇਹ ਕਾਲਜ ਦਾ ਰੁਤਬਾ ਉੱਚਾ ਹੋਇਆ ਤੇ ਨਾਂ ਸੀ। ਤੁਸੀਂ ਦੇਖੋ ਇਸ ਕਾਲਜ 'ਚ ਦਾਖਲਾ ਲੈਣ ਲਈ ਨਵਦੀਪ ਸਿਫਾਰਸ਼ਾਂ ਕਰਵਾਈਆਂ ਜਾਂਦੀਆਂ ਸੀ ਕਿ ਸਾਡੀ ਉਸ ਕਾਲਜ 'ਚ ਐਡਮਿਸ਼ਨ ਹੋ ਜੇ। ਇੱਕ ਤਾਂ ਉਹਨਾਂ ਦਿਨਾਂ 'ਚ ਚੰਡੀਗੜ੍ਹ ਦੇ ਨੇੜੇ ਇਹੀ ਕਾਲਜ ਸੀ, ਹੁਣ ਤਾਂ ਚਲੋ ਬਾਅਦ 'ਚ ਹੋਰ ਕਈ ਕਾਲਜ ਵੀ ਆ ਗਏ ਆ, ਕਾਫੀ ਕੁਝ ਬਦਲ ਗਿਆ, ਪਰ ਇੱਕ ਨਾਂ ਸੀ ਇਸ ਕਾਲਜ ਦਾ। ਚੰਡੀਗੜ੍ਹ ਦੇ ਬਾਹਰ ਚੰਡੀਗੜ੍ਹ ਦੀ ਯਾਦ ਦੇ ਏਰੀਏ 'ਚ ਪੈਂਦਾ ਕਾਲਜ ਔਰ ਬੜਾ ਪਪੂਲਰ ਕਾਲਜ। ਤੇ ਜਦੋਂ ਹੁਣ ਤੁਸੀਂ ਕਿਹਾ ਕਿ ਸਥਿਤੀ ਇਹ ਬਣ ਗਈ ਹੈ ਕਿ ਕਾਲਜ ਹੁਣ ਬੰਦ ਹੋਣ ਜਾ ਰਿਹਾ ਹੈ ਜਾਂ ਕਾਲਜ ਬਾਰੇ ਫੈਸਲਾ ਲੈ ਲਿਆ ਗਿਆ ਕਿ ਕਾਲਜ ਜਿਹੜਾ ਹੈਗਾ ਬੰਦ ਹੈ, ਉਹਦੀ ਵਜ੍ਹਾ ਸਭ ਤੋਂ ਵੱਡੀ ਵਜ੍ਹਾ ਤਾਂ ਇਹੀ ਹੈ ਕਿ ਵਿਦਿਆਰਥੀ ਉੱਥੇ ਜਿਹੜਾ ਹੈਗਾ ਉਹਨਾਂ ਦੇ ਦਾਖਲੇ ਘਟ ਗਏ ਆ, ਉਹਨਾਂ ਦਾ ਸਿਸਟਮ ਜਿਹੜਾ ਹੈਗਾ ਉਹ ਡਾਊਨ ਚਲਿਆ ਗਿਆ। ਪਿਛਲੇ ਕਈ ਮਹੀਨਿਆਂ ਤੋਂ ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਅਧਿਆਪਕਾਂ ਨੂੰ ਤਨਖਾਹਾਂ ਤੱਕ ਨਹੀਂ ਮਿਲਦੀਆਂ। ਅਸੀਂ ਆਪਣੇ ਦਰਸ਼ਕਾਂ ਦੇ ਨਾਲ ਦੇਖੋ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਇਕੱਲੇ ਟੈਗੋਰੀ ਆਮ ਤੌਰ 'ਤੇ ਟੈਗੋਰੀ ਇੰਜੀਨੀਅਰਿੰਗ ਕਾਲਜ ਦੀ ਸ਼ਹੀਦ ਊਧਮ ਸਿੰਘ ਦੀ ਜੋ ਗੱਲ ਕਰਦੇ ਹਾਂ ਤਾਂ ਟੈਗੋਰੀ ਇੰਜੀਨੀਅਰਿੰਗ ਕਾਲਜ ਦੇ ਨਾਂ 'ਤੇ ਪਾਪੂਲਰ ਸੀ। ਇਕੱਲੇ ਉਸ ਕਾਲਜ ਦੀ ਗੱਲ ਨਹੀਂ ਕਰਦੇ, ਇੱਦਾਂ ਦੇ ਕਈ ਕਾਲਜ ਹੈ ਜਿਨ੍ਹਾਂ ਦੇ ਇਸ ਵੇਲੇ ਦਾਖਲੇ ਪੂਰੇ ਨਹੀਂ ਹੋ ਰਹੇ ਔਰ ਇੱਥੋਂ ਤੱਕ ਕਿ ਨਵਦੀਪ ਉਹਨਾਂ ਦੇ ਜਿਹੜੇ ਅਧਿਆਪਕ ਹੈ ਉਹਨਾਂ ਦੀ ਤਨਖਾਹਾਂ ਦੀ ਵੱਡੀ ਸਮੱਸਿਆ। ਪਿਛਲੇ ਦਿਨਾਂ 'ਚ ਆਪਾਂ ਤਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬੜਾ ਜਥੇਬੰਦਕ ਸਿਸਟਮ ਹੈ ਉਹਦਾ ਆਪਣਾ, ਉਹਦੇ ਕਈ ਕਾਲਜਾਂ ਬਾਰੇ ਆ ਰਿਹਾ ਕਿ ਪਿਛਲੇ ਕਾਫੀ ਦੇਰ ਤੋਂ ਜਿਹੜਾ ਹੈਗਾ ਉਹਨਾਂ ਦੇ ਵੀ ਕੁਝ ਕਾਲਜ ਇੱਦਾਂ ਦੇ ਜਿੱਥੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ। ਹੁਣ ਸ਼ਹੀਦ ਊਧਮ ਸਿੰਘ ਕਾਲਜ ਦੇ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣੀਆਂ, ਬੱਚਿਆਂ ਦੀ ਐਡਮਿਸ਼ਨ ਘੱਟ ਹੋਣੀ, ਉਸ ਤੋਂ ਪਹਿਲਾਂ ਜਿਹੜੀ ਹੈਗੀਆਂ ਜਿਹੜਾ ਸਿਸਟਮ ਹੁੰਦਾ ਐਜੂਕੇਸ਼ਨ ਸਿਸਟਮ ਵੱਲੋਂ ਉਹਨਾਂ ਨੂੰ ਬਾਰ-ਬਾਰ ਜਾ ਕੇ ਉੱਥੇ ਦੇਖਣਾ, ਚੇਤਾਵਨੀਆਂ ਦੇਣੀਆਂ, ਜਦੋਂ ਨਾ ਹੋਇਆ ਤਾਂ ਅਲਟੀਮੇਟਲੀ ਉਹਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਹੈਗਾ ਐਜੂਕੇਸ਼ਨ ਅਦਾਰੇ ਵੱਲੋਂ ਲਿਆ ਗਿਆ। ਸੋ ਸਥਿਤੀ ਜਿਹੜੀ ਹੈਗੀ ਜਿਸ ਕਦਰ ਜਿਹੜੀ ਹੈਗੀ ਬਣੀ ਵੀ ਹੈ ਉਹਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੱਦਾਂ ਦਾ ਮਾਹੌਲ ਪੰਜਾਬ ਦੇ ਅੰਦਰ। ਇਹਦਾ ਇੱਕ ਵੱਡਾ ਪਹਿਲੂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ, ਦੇਖੋ ਇਹ ਵੀ ਆਪਾਂ ਕਈ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ +2 ਕਰਕੇ ਵਿਦੇਸ਼ਾਂ ਜਾਣ ਦੀ ਗੱਲ ਕਰਦੇ, ਵਿਦੇਸ਼ਾਂ 'ਚ ਰੁਜ਼ਗਾਰ ਮਿਲਦਾ ਨਹੀਂ ਮਿਲਦਾ। ਨਵਦੀਪ ਇੱਕ ਵਾਰ ਨਾ ਜਿਸ ਪਾਸੇ ਨੂੰ ਗੱਲ ਚੱਲ ਪੈਂਦੀ ਹੈ ਉਸ ਨੂੰ ਠੱਲ ਪੈਂਦਿਆਂ ਵੀ ਦੇਰ ਲੱਗਦੀ ਹੈ, ਜਿੱਦਾਂ ਸ਼ੁਰੂਆਤ ਹੁੰਦਿਆਂ ਦੇਰ ਲੱਗਦੀ ਹੈ ਨਾ, ਠੱਲ ਵੀ ਇੱਕਦਮ ਨਹੀਂ ਪੈਂਦੀ। ਹੁਣ ਬੇਸ਼ੱਕ ਬਾਹਰੋਂ ਇਹ ਨਿਊਜ਼ ਆਉਣ, ਖਬਰਾਂ ਆਉਣ ਕਿ ਜਿੱਥੇ ਰੁਜ਼ਗਾਰ ਮੁਸ਼ਕਿਲ ਹੈ, ਬੱਚਿਆਂ ਦੀ ਪੜ੍ਹਾਈ ਮੁਸ਼ਕਿਲ ਹੈ, ਉੱਥੇ ਕੁਝ ਬੱਚੇ ਸੁਈਸਾਈਡ ਕਰ ਜਾਂਦੇ ਹੈ, ਕਈਆਂ ਦੀ ਹੈਲਥ ਦੀਆਂ ਪ੍ਰੋਬਲਮ ਹੈ, ਬਹੁਤ ਸਾਰੀਆਂ ਪ੍ਰੋਬਲਮ ਹੈਗੀਆਂ। ਇਹਦੇ ਬਾਵਜੂਦ ਤੁਸੀਂ ਇੱਕ ਵੀ ਪੇਰੈਂਟਸ ਪੰਜਾਬ 'ਚ ਇਹੋ ਜਿਹਾ ਨਹੀਂ ਲੱਭ ਸਕਦੇ ਜਿਹਨੇ ਬੱਚਾ ਬਾਹਰ ਭੇਜਣਾ ਹੋਵੇ ਤੇ ਇਹਨਾਂ ਖਬਰਾਂ ਕਰਕੇ ਬਾਹਰ ਨਾ ਭੇਜੇ ਕਿ ਵੀ ਹੁਣ ਤਾਂ ਉੱਥੇ ਇਹੋ ਜਿਹੀ ਸਥਿਤੀ ਆ ਗਈ, ਆਪਾਂ ਆਪਣੇ ਬੱਚੇ ਨੂੰ ਬਾਹਰ ਨਾ ਭੇਜੀਏ। ਇਹੋ ਜਿਹੀ ਕੋਈ ਗੱਲ ਨਹੀਂ। ਸੋ ਉਹਦਾ ਜਿਹੜਾ ਪ੍ਰਭਾਵ ਹੈਗਾ ਇਕੱਲੇ ਊਧਮ ਸਿੰਘ ਜਿਹੜਾ ਕਾਲਜ ਹੈਗਾ ਉਹਦੇ 'ਤੇ ਨਹੀਂ ਪੈ ਰਿਹਾ। ਇੰਜੀਨੀਅਰਿੰਗ ਕਾਲਜ ਬਾਕੀ ਵੀ ਪੰਜਾਬ ਦੇ ਕਾਲਜਾਂ ਦੀ ਜੇ ਆਪਾਂ ਓਵਰਆਲ ਕਿਤੇ ਰਿਪੋਰਟ ਆਏ ਸਰਵੇ ਕਰੀਏ ਦੇਖੀਏ ਤਾਂ ਬਹੁਤ ਸਾਰੇ ਕਾਲਜਾਂ ਦੀ ਸਥਿਤੀ ਇਹੋ ਜਿਹੀ ਹੈ। ਪੰਜਾਬ ਦਾ ਦਿਖਾਂਤ ਹੈ। ਆਪਾਂ ਅੱਗੇ ਗੱਲ ਪੜ੍ਹਾਈਆਂ ਦੀ ਕਰਦੇ ਸੀ, ਐਜੂਕੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਦੀ ਗੱਲ ਕਰਦੇ ਸੀ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜਦੋਂ ਦੇ ਨਵੀਂ ਸਰਕਾਰ ਆਈ ਹੈ ਇਹ ਆਖਦੇ ਆ ਰਹੇ ਹੈ ਕਿ ਅਸੀਂ ਹੁਣ ਜਿਹੜੇ ਬੱਚੇ ਆ ਬਾਹਰ ਨਹੀਂ ਜਾਣ ਦਿਆਂਗੇ, ਸਗੋਂ ਬਾਹਰੋਂ ਬੱਚੇ ਇੱਥੇ ਪੜ੍ਹਾਈ ਕਰਨ ਆਉਣਗੇ। ਚਲੋ ਉਸ ਦਿਨ ਦਾ ਇੰਤਜ਼ਾਰ ਰਹੇਗਾ ਕਿ ਤਬਦੀਲੀ ਆਉਣੀ ਚਾਹੀਦੀ ਹੈ। ਜੇ ਸਰਕਾਰ ਕਹਿ ਰਹੀ ਹੈ ਤਾਂ ਜ਼ਮੀਨੀ ਹਕੀਕਤਾਂ ਕੀ ਹੈਗੀਆਂ ਉਹਨੂੰ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ। ਪਰ ਜੋ ਸਥਿਤੀ ਇਸ ਵੇਲੇ ਬਣੀ ਵੀ ਹੈ ਇੱਕ ਵੱਡਾ ਮਤਲਬ ਇੱਕ ਵੱਡੀ ਮਿਸਾਲ ਜਿਹੜੀ ਹੈਗੀ ਹੈ ਇਸ ਕਾਲਜ ਨੇ ਸਾਡੇ ਸਿਸਟਮ ਦੇ ਅੱਗੇ, ਐਜੂਕੇਸ਼ਨ ਸਿਸਟਮ ਦੇ ਅੱਗੇ, ਪੰਜਾਬ ਦੇ ਅੱਗੇ ਰੱਖ ਕੀ ਹੈ ਕਿ ਤੁਸੀਂ ਨਜ਼ਰ ਮਾਰ ਕੇ ਦੇਖੋ ਕਿ ਹੇਠਾਂ ਕਿਸ ਤਰ੍ਹਾਂ ਸਾਡਾ ਐਜੂਕੇਸ਼ਨ ਸਿਸਟਮ ਖੋਖਲਾ ਹੁੰਦਾ ਜਾ ਰਿਹਾ। ਜਿਵੇਂ ਆਪਾਂ ਹੜ੍ਹਾਂ ਦੀ ਗੱਲ ਕਰਦੇ ਹਾਂ ਨਾ, ਉਹਦੇ 'ਚ ਹੁੰਦਾ ਜਦੋਂ ਹੜ੍ਹ ਹੇਠਾਂ ਤੱਕ ਮਕਾਨ 'ਤੇ ਚਲਿਆ ਜਾਂਦਾ ਤਾਂ ਕਈ ਉੱਪਰ ਉੱਦਾਂ ਹੀ ਚੁਬਾਰੇ ਲੋਕਾਂ ਦੀਆਂ ਦੀਵਾਰਾਂ ਬਣੀਆਂ ਹੁੰਦੀਆਂ ਅਤੇ ਨੀਂਹ ਹੇਠਾਂ ਜਦੋਂ ਡਿੱਗ ਪੈਂਦੀ ਹੈ ਤਾਂ ਤਾਸ਼ ਦੇ ਪੱਤਿਆਂ ਵਾਂਗ ਮਕਾਨ ਗਿਰ ਜਾਂਦੇ ਆ। ਸੋ ਇਹ ਤਾਸ਼ ਦੇ ਪੱਤਿਆਂ ਵਾਂਗ ਗਿਰਨ ਵਾਲੀ ਗੱਲ ਹੀ ਹੈ। ਜਿਹੜੇ ਤਾਂ ਨਵਦੀਪ ਕੋਈ ਜ਼ਿਆਦਾ ਮੈਨੇਜਮੈਂਟਾਂ ਜ਼ਿਆਦਾ ਚੁਸਤ ਦਰੁਸਤ ਸੀਗੀਆਂ ਉਹਨਾਂ ਨੇ ਬਾਹਰਲਿਆਂ ਕਾਲਜਾਂ ਨਾਲ, ਬਾਹਰਲਿਆਂ ਯੂਨੀਵਰਸਿਟੀ ਨਾਲ ਟਾਈ ਅਪ ਕਰ ਲਿਆ। ਕੋਈ ਇਹੋ ਜਿਹਾ ਸੁਪਨਾ ਵੀ ਦਿਖਾਉਂਦੇ ਆ ਕਿ ਅਸੀਂ ਸਿੱਧਾ ਹੀ ਬੱਚਿਆਂ ਨੂੰ ਬਾਹਰ ਭੇਜਾਂਗੇ, ਉਹੇ ਜਿਹੇ ਤਾਂ ਥੋੜ੍ਹਾ ਬਹੁਤਾ ਬਚਾਅ ਰਹਿ ਗਿਆ। ਪਰ ਜਿਹੜੇ ਪੁਰਾਣੇ ਸਿਸਟਮ ਨਾਲ ਹੀ ਚੱਲੇ ਆ ਰਹੇ ਆ ਉਹਨਾਂ ਦਾ ਸਿਸਟਮ ਤਾਂ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ। ਇਹ ਬਹੁਤ ਵੱਡਾ ਦਿਖਾਂਤ ਆ ਪੰਜਾਬ ਦਾ, ਕੋਈ ਚੰਗੀ ਖਬਰ ਨਹੀਂ। ਮੈਂ ਸਮਝਾਂ ਕਿ ਬਹੁਤ ਬੁਰੀ ਖਬਰ ਹੈ ਸਾਡੇ ਐਜੂਕੇਸ਼ਨ ਸਿਸਟਮ ਦਾ ਇਸ ਤਰ੍ਹਾਂ ਢਹਿ ਢੇਰੀ ਹੋਣਾ। ਜੀ ਬਿਲਕੁਲ। ਤਾਂ
ਇਸ ਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ, ਬਹੁਤ ਸਾਰੀਆਂ ਖਬਰਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜਿਵੇਂ ਗੱਲ ਇਹ ਹੋਈ ਹੈ ਕਿ ਚੰਗਾ ਭਵਿੱਖ ਨਹੀਂ ਮਿਲਦਾ ਉਹਨਾਂ ਨੂੰ ਇੱਥੇ, ਤਾਂ ਗੱਲਾਂ ਇਹ ਵੀ ਨੇ ਕਿ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਪੜ੍ਹਾਈ ਦੇ ਲਈ ਬਹੁਤ ਸਾਰੀਆਂ ਫੀਸਾਂ ਅਦਾ ਕਰਨੀਆਂ ਪੈਂਦੀਆਂ ਨੇ। ਤਾਂ ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ ਹੋ ਗਏ ਨੇ, ਯੂਨੀਵਰਸਿਟੀਆਂ ਦੇ ਵਿੱਚ ਕੁਝ ਕੁ ਫਰਕ ਨਾਲ ਮਿਲ ਜਾਂਦਾ ਹੈ, ਜੇ ਕਿਸੇ ਦੇ ਚੰਗੇ ਨੰਬਰ ਆ ਜਾਂਦੇ ਨੇ ਕੋਈ ਸਕਾਲਰਸ਼ਿਪ ਲੱਗ ਜਾਂਦੀ ਹੈ। ਪਰ ਉੱਥੇ ਕੀ ਹੈ, ਉੱਥੇ ਵੀ ਕਹਿੰਦੇ ਨੇ ਕਿ ਸਿਫਾਰਸ਼ੀ ਭਰਤੀ ਕਰ ਲਏ ਜਾਂਦੇ ਨੇ ਜੋ ਅਹਿਮ ਯੋਗ ਹੁੰਦੇ ਨੇ, ਜਿਨ੍ਹਾਂ ਦੇ ਲਈ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਉਹ ਪੜ੍ਹ ਸਕਣ ਉਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਜ਼ਿਆਦਾ ਫੀਸਾਂ ਵੀ ਨਹੀਂ ਦੇ ਸਕਦੇ, ਪਰ ਉਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ। ਤਾਂ ਉਹ ਬਹੁਤ ਸਾਰੇ ਲੋਕ ਨੇ, ਜਿਹੜੇ ਬਹੁਤ ਸਾਰੇ ਵਿਦਿਆਰਥੀ ਨੇ, ਉਹ ਪੜ੍ਹਾਈ ਪੱਖੋਂ ਵਾਂਝੇ ਰਹਿ ਜਾਂਦੇ ਨੇ। ਉਹਨਾਂ ਨੂੰ ਕਿਤੇ ਹੋਰ ਐਡਮਿਸ਼ਨ ਲੈਣੀ ਪੈਂਦੀ ਹੈ ਜਾਂ ਫਿਰ ਉਹ ਚੁੱਪ ਕਰਕੇ ਬੈਠ ਹੀ ਜਾਂਦੇ ਨੇ। ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਕਾਲਜਸ ਨੂੰ, ਯੂਨੀਵਰਸਿਟੀਜ਼ ਨੂੰ ਬੰਦ ਕਰਨ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹੁਣ ਉਹ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ। ਅੱਜ ਦੇ ਸਮੇਂ ਦੇ ਵਿੱਚ ਪੜ੍ਹਾਈ ਤਾਂ ਲੋਕ ਕਰਨਾ ਚਾਹੁੰਦੇ ਨੇ, ਪਰ ਇੰਨੀਆਂ ਮਹਿੰਗੀਆਂ ਪੜ੍ਹਾਈ ਕਰਨੀਆਂ ਲੋਕਾਂ ਦੇ ਵੱਸ ਦੇ ਵਿੱਚ ਨਹੀਂ ਰਿਹਾ। ਮਾਂ-ਬਾਪ ਇੰਨਾ ਪੈਸਾ ਨਹੀਂ ਖਰਚ ਸਕਦੇ ਕਿਉਂਕਿ ਉਸ ਤੋਂ ਬਾਅਦ ਵੀ ਰੁਜ਼ਗਾਰ ਨਹੀਂ ਮਿਲਦਾ। ਲੱਖਾਂ ਰੁਪਏ ਲਾ ਕੇ ਜੇਕਰ ਉਹ ਪੜ੍ਹਾਈ ਕਰਵਾਉਂਦੇ ਨੇ, ਭਾਵੇਂ ਡਾਕਟਰੀ ਦੀ ਹੋਵੇ, ਭਾਵੇਂ ਇੰਜੀਨੀਅਰਿੰਗ ਦੀ ਹੋਵੇ, ਭਾਵੇਂ ਕੋਈ ਹੋਰ ਪੜ੍ਹਾਈ ਹੋਵੇ, ਉਸ ਤੋਂ ਬਾਅਦ ਵੀ ਜੇ ਤਨਖਾਹ ਉਹਨਾਂ ਨੂੰ 10 ਤੋਂ 12 ਹਜ਼ਾਰ ਹੀ ਮਿਲਣੀ ਹੈ ਤਾਂ ਉਹ ਕਹਿੰਦੇ ਨੇ ਕਿ ਅਸੀਂ ਇਹ ਲੱਖਾਂ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਤਾਂ ਕਿ ਉੱਥੇ ਪੜ੍ਹਾਈ ਦੇ ਨਾਲ ਨਾਲ ਕੁਝ ਕਮਾ ਵੀ ਸਕੇ ਤੇ ਉਹਦਾ ਭਵਿੱਖ ਵੀ ਸੁਨਹਿਰੀ ਬਣ ਸਕੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਦੇਖੋ ਭਵਿੱਖ ਦੀ ਗੱਲ ਤਾਂ ਹੈ ਹੀ ਹੈ ਕਿ ਜਿੱਦਾਂ ਲੱਖਾਂ ਪੈਸਿਆਂ ਦੀ ਗੱਲ ਨਹੀਂ, ਜ਼ਮੀਨਾਂ ਜਾਇਦਾਦਾਂ ਵੇਚ ਕੇ ਵੀ ਜਿਹੜੇ ਹੈਗੇ ਆ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ। ਚੰਗੇ ਭਵਿੱਖ ਦੀ ਗੱਲ ਤਾਂ ਹੈ ਹੀ ਹੈ ਕਿ ਕਿਉਂਕਿ ਸਾਡੇ ਕੋਲੇ ਪੰਜਾਬੀਆਂ ਕੋਲੇ ਇੱਕ ਗੱਲ ਪੰਜਾਬੀਆਂ ਦੀ ਬੜੀ ਕਮਾਲ ਦੀ ਹੈ ਕਿ ਜੇ ਇਹਨਾਂ ਨੂੰ ਲੱਗਦਾ ਹੈ ਕਿ ਇੱਧਰਲੇ ਪਾਸੇ ਸਾਡਾ ਭਵਿੱਖ ਚੰਗਾ ਬਣ ਸਕਦਾ ਹੈ, ਇਹ ਨਹੀਂ ਕਿ ਵੀ ਹੁਣ ਪੰਜਾਬੀ ਹੁਣੇ ਤੋਂ ਬਾਹਰ ਜਾਣ ਲੱਗੇ ਆ। ਪੁਰਾਣੇ ਜੇ ਆਪਾਂ ਕਹੀਏ ਤਾਂ ਸੈਂਚਰੀਜ਼ ਤੋਂ ਉੱਪਰ ਜਦੋਂ ਪੰਜਾਬੀ ਬਾਹਰ ਜਾਂਦੇ ਆ, ਪਿਛਲੇ ਪਰਿਵਾਰਾਂ ਦੀ ਆਪਾਂ ਗੱਲ ਕਰ ਲਈਏ, ਅਮਰੀਕਾ, ਕੈਨੇਡਾ, ਇੰਗਲੈਂਡ, ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਜਾ ਕੇ ਪੰਜਾਬੀ ਜਦੋਂ ਜਾ ਕੇ ਵਸੇ ਆ। ਪਰ ਹੁਣ ਜਿਸ ਰੁਝਾਨ ਦੀ ਆਪਾਂ ਗੱਲ ਕਰ ਰਹੇ ਹਾਂ, ਹੁਣ ਤਾਂ ਦੇਖੋ ਸਥਿਤੀ ਇਹ ਬਣ ਗਈ ਹੈ ਨਵਦੀਪ, ਪਿੱਛੇ ਜੇ ਇੱਕ ਰਿਪੋਰਟ ਸੀ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਪੰਜਾਬੀਆਂ ਦਾ ਨਾਂ ਹੈ ਜਿਹੜੇ ਪੰਜਾਬੀ ਆਪਣੇ ਪਾਸਪੋਰਟ ਸਰੈਂਡਰ ਕਰ ਰਹੇ ਕਿ ਅਸੀਂ ਤਾਂ ਮੁੜ ਕੇ ਇੰਡੀਆ 'ਚ ਜਾਣਾ ਹੀ ਨਹੀਂ, ਸਾਨੂੰ ਉਸ ਪਾਸਪੋਰਟ ਦੀ ਜ਼ਰੂਰਤ ਹੀ ਨਹੀਂ ਹੈ। ਯਾਨੀ ਪੱਕੇ ਤੌਰ ਤੇ ਉੱਥੋਂ ਦੇ ਵਸਿੰਦੇ ਬਣ ਗਏ ਆ, ਸ਼ਹਿਰੀ ਬਣ ਗਏ ਕਿ ਵੀ ਇੱਥੇ ਹੀ ਰਹਿਣਾ ਹੈ। ਔਰ ਇਹ ਵੀ ਹੈ ਕਿ ਜੇ ਕੋਈ ਵੱਡੀਆਂ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਹੈਗੀਆਂ ਉਹ ਗਈਆਂ ਵੀ ਹੈ, ਤਾਂ ਜਿਹੜੀ ਨਵੀਂ ਪੀੜ੍ਹੀ ਆ ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਕਈ ਪੇਰੈਂਟਸ ਜ਼ਰੂਰ ਹੈ, ਮੈਂ ਦੇਖਦਾ ਕਿ ਕੋਸ਼ਿਸ਼ ਕਰਦੇ ਆ, ਆਪਣੇ ਬੱਚਿਆਂ ਨੂੰ ਲੈ ਕੇ ਵੀ ਆਉਂਦੇ ਆ। ਉਹ ਹੁਣ ਲੈ ਕੇ ਆਉਣਾ ਬਹੁਤਾਂ ਦਾ ਤਾਂ ਨਵਦੀਪ ਇੱਦਾਂ ਦੇ ਹੁੰਦਾ ਜਿਵੇਂ ਆਪਾਂ ਕਹਿ ਦਈਏ ਚਲੋ ਆਪਾਂ ਤੁਹਾਨੂੰ ਇਤਿਹਾਸਕ ਇਮਾਰਤਾਂ ਦਿਖਾ ਕੇ ਲਿਆਉਂਦੇ ਹਾਂ, ਚਲੋ ਕੋਈ ਜ਼ੂ ਦਿਖਾ ਕੇ ਲਿਆਉਂਦੇ ਹਾਂ, ਚਲੋ ਕਿਤੇ ਹੋਰ ਸੈਰ ਕਰਾ ਕੇ ਲਿਆਉਂਦੇ ਹਾਂ। ਇੱਦਾਂ ਸੈਰ ਸੂਰ ਕਰਨ ਲਈ ਜਾਂ ਇਸ ਬਹਾਨੇ ਤਾਂ ਆ ਜਾਂਦੇ ਆ। ਅਤੇ ਉਹ ਇੱਕ ਜਿਹੜੇ ਵੱਡੇ ਪੀੜ੍ਹੀ ਦੇ ਲੋਕ ਹੁੰਦੇ ਆ, ਪੇਰੈਂਟਸ ਹੁੰਦੇ ਆ, ਦਾਦੇ ਪੜਦਾਦੇ ਹੁੰਦੇ ਆ, ਮਾਂ ਪਿਓ ਹੁੰਦੇ ਆ, ਉਹਨਾਂ ਦੀ ਖਾਸ਼ ਹੁੰਦੀ ਹੈ ਕਿ ਇੱਧਰ ਲੈ ਕੇ ਆਵਾਂਗੇ ਤਾਂ ਸ਼ਾਇਦ ਸਾਡੇ ਨਾਲ ਬਹੁਤ ਘੱਟ ਕੋਈ ਉੱਧਰਲਾ ਜੰਪਲ ਬੱਚਾ ਹੋਏਗਾ ਜਿਹੜਾ ਆ ਕੇ ਕਹੇਗਾ ਕਿ ਇੱਧਰ ਮੇਰੀ ਕੋਈ ਦਿਲਚਸਪੀ ਹੈ ਜਾਇਦਾਦ ਦੇ ਅੰਦਰ। ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਨੂੰ ਨਵਦੀਪ ਜਾਣਦਾ ਹਾਂ ਜਿਨ੍ਹਾਂ ਦੀਆਂ ਵੱਡੀ ਜਿਹੜੀ ਗਿਣਤੀ 'ਚ ਕਹੀਏ ਜ਼ਮੀਨਾਂ ਜਾਇਦਾਦਾਂ ਕਰੋੜਾਂ ਰੁਪਏ ਦੀਆਂ ਹੋਣਗੀਆਂ। ਉਹਨਾਂ ਦੇ ਜਿਹੜੇ ਸਾਰੇ ਬੱਚੇ ਸੀ ਸਾਰੇ ਦੇ ਸਾਰੇ ਬਾਹਰ ਚਲੇ ਗਏ ਔਰ ਕੋਈ ਵਾਪਸ ਆਉਣ ਦੇ ਲਈ ਤਿਆਰ ਨਹੀਂ। ਜੇ ਹੁਣ ਪੇਰੈਂਟਸ ਦੇ ਕਹੇ ਤੋਂ ਜਾਂ ਆਪ ਦੇ ਆਪ ਆਉਂਦੇ ਆ ਤਾਂ ਇੱਦਾਂ ਹੀ ਆਉਂਦੇ ਜਿਵੇਂ ਆਪਾਂ ਸੈਰ ਸਪਾਟੇ ਲਈ ਕਿਸੇ ਜਗ੍ਹਾ 'ਤੇ ਚਲੇ ਜਾਈਏ, ਇਸ ਤੋਂ ਬਾਅਦ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਸ ਜਗ੍ਹਾ ਦੇ ਨਾਲ। ਸੋ ਇੱਕ ਤਬਦੀਲੀ ਦੀ ਝਲਕ ਉਹ ਹੈ। ਇੱਕ ਤਬਦੀਲੀ ਦੀ ਝਲਕ ਇਹ ਹੈ ਜਿਹੜੀ ਤੁਸੀਂ ਟੰਗੂਰੀ ਕਾਲਜ ਦਾ ਜ਼ਿਕਰ ਕੀਤਾ ਕਿ ਕਿਸ ਕਦਰ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਖੁਰਦ-ਬੁਰਦ ਹੁੰਦਾ ਜਾ ਰਿਹਾ ਔਰ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਹੈ ਕਿ ਜੇ ਸਾਡੀ ਸਥਿਤੀ, ਸਾਡੀਆਂ ਜਿਹੜੀਆਂ ਹੈਗੀਆਂ ਐਜੂਕੇਸ਼ਨ ਅਦਾਰੇ ਹੈਗੇ ਆ, ਜੇ ਉਹਨਾਂ ਦੀ ਇਹ ਹਾਲਤ ਰਹੇਗੀ ਤਾਂ ਆਉਣ ਵਾਲੇ ਇਹ ਤਾਂ ਨਵਦੀਪ ਹੋਰ ਅਗਲੇ 5-10 ਸਾਲਾਂ 'ਚ ਜਦੋਂ ਹੁੰਦਾ ਨਾ ਕੋਈ ਇੰਪੈਕਟ, ਆਪਾਂ ਕਹੀ ਕਿਸ ਗੱਲ ਦਾ ਅਸਰ, ਜਦੋਂ ਪਹਿਲਾਂ ਵੀ ਕਿਹਾ ਕਿ ਅਚਾਨਕ ਇੱਕਦਮ ਕੋਈ ਅਸਰ ਨਜ਼ਰ ਨਹੀਂ ਆਉਂਦਾ। ਤੁਸੀਂ ਦੇਖੋਗੇ ਅਗਲੇ 5-10 ਸਾਲਾਂ ਦੇ ਅੰਦਰ ਕਿ ਇਹਦਾ ਇੰਪੈਕਟ ਹੋਰ ਵੀ ਖੁੱਲ੍ਹ ਕੇ ਅਕਸਰ ਉਹਨਾਂ ਮੀਡੀਆ 'ਚ ਜਿਹੜੀ ਗੱਲ ਆਉਂਦੀ ਹੈ ਨਵਦੀਪ ਉਹਦਾ ਬੜਾ ਨੋਟਸ ਲਿਆ ਜਾਂਦਾ। ਸੁਭਾਵਿਕ ਵੀ ਹੈ, ਮੀਡੀਆ ਨੋਟਸ ਲੈਂਦਾ ਹੀ ਹੈ ਜੀ ਕਿ ਵੀ ਹੁਣ ਜੀ ਬਹੁਤ ਸਾਰੇ ਚਾਹੇ ਪ੍ਰਿੰਟ ਨਾਲ ਜੁੜੇ ਅਦਾਰੇ ਹੈ, ਚਾਹੇ ਇਲੈਕਟ੍ਰੋਨਿਕ ਨਾਲ TV ਚੈਨਲਾਂ ਦੇ ਅਦਾਰੇ ਹੈ, ਉਹਨਾਂ ਵੱਲੋਂ ਇਹੋ ਜਿਹਾ ਸਿਸਟਮ ਜਾਂ ਇਹੋ ਜਿਹੀਆਂ ਰਿਪੋਰਟਸ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਕਿ ਦੇਖੋ ਜੀ ਆ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹੈ, ਘਰਾਂ ਨੂੰ ਜਿੰਦਰੇ ਲੱਗ ਗਏ ਹੈ। ਉੱਦਾਂ ਹੀ ਜਿਹੜੀਆਂ ਹੈਗੀਆਂ ਕੋਠੀਆਂ ਦੇ ਉੱਤੇ ਜਿਹੜੀਆਂ ਹੈਗੀਆਂ ਟੈਂਕੀਆਂ, ਕਿਸੇ ਦੇ ਉੱਤੇ ਹਵਾਈ ਜਹਾਜ਼ ਹੈ, ਕਿਸੇ ਦੇ ਉੱਤੇ ਘੋੜੇ ਬਣੇ ਆ, ਕਿਸੇ ਦੇ ਜਿਹੜੀਆਂ ਹੈਗੀਆਂ
ਗੱਡੀਆਂ ਜਿਹੜੀਆਂ ਬੈਲਾਂ ਵਾਲੀਆਂ ਇਹੋ ਜਿਹੇ ਜਿਹੜੀਆਂ ਟੈਂਕੀਆਂ ਮਤਲਬ ਸ਼ੌਕ ਉਹਨਾਂ ਦਾ। ਤੇ ਹੁਣ ਉਹ ਘਰ ਜਿਹੜੇ ਹੈਗੇ ਆ ਭਾਂ ਕਰਦੇ ਜਿਹਨੂੰ ਆਪਾਂ ਕਹਿੰਦੇ ਆ ਖਾਲੀ ਪਏ ਆ। ਤੇ ਇਹ ਇੱਕ ਘਰ ਦੀ ਕਹਾਣੀ ਨਹੀਂ, ਪਿੰਡਾਂ ਦੀ ਕਹਾਣੀ ਹੈ। ਤੇ ਜੇ ਹੁਣ ਪਿੰਡਾਂ ਦਾ ਇਹ ਹਾਲਤ ਹੋ ਰਹੀ ਹੈ ਤਾਂ ਉਹਦਾ ਅਸਰ ਤਾਂ ਕਾਲਜਾਂ ਤੇ ਨਜ਼ਦੀਕ ਪਏਗਾ ਹੀ ਪਏਗਾ। ਆਖਰ ਬੱਚਿਆਂ ਨੇ ਕਿੱਥੋਂ ਆਉਣਾ ਹੈ? ਜੇ ਸਾਡੇ ਪਿੰਡਾਂ 'ਚ ਕਸਬਿਆਂ 'ਚ ਲੋਕ ਜਿਨ੍ਹਾਂ ਨੇ ਪੜ੍ਹਾਉਣੇ ਆ ਬੱਚੇ, ਉਹ ਕਹਿਣਗੇ ਚਲੋ ਆਪਾਂ ਬਾਹਰ ਚੱਲਦੇ ਹਾਂ, ਮੈਟ੍ਰਿਕ ਤੋਂ ਬਾਅਦ ਸਾਡਾ ਕੋਈ ਇੱਥੇ ਬਣਦਾ ਹੀ ਨਹੀਂ ਕੁਝ, +2 ਤੋਂ ਬਾਅਦ ਹੈ ਹੀ ਨਹੀਂ ਕੋਈ ਗੱਲ, ਤਾਂ ਉਹਦਾ ਇੰਪੈਕਟ ਤਾਂ ਫਿਰ ਪਏਗਾ ਹੀ ਪਏਗਾ। ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਥਿਤੀ ਅੱਜ ਦੀ ਤਰੀਕ 'ਚ ਨਜ਼ਦੀਕ ਕੋਈ ਸੁਧਰਦੀ ਲੱਗਦੀ ਨਹੀਂ। ਜੇ ਆਪਾਂ ਸਰਕਾਰ ਦੀ ਵੀ ਗੱਲ ਕਰੀਏ, ਸਰਕਾਰ ਦਾਅਵਾ ਜ਼ਰੂਰ ਕਰਦੀ ਹੈ, ਪਰ ਸਰਕਾਰਾਂ ਦੀਆਂ ਆਪਣੀ ਕਿਸਮ ਦੀਆਂ ਉਲਝਣਾਂ, ਆਪਣੇ ਕਿਸਮ ਦੇ ਸਵਾਲ ਜਵਾਬ ਜਿਹੜਾ ਹੈਗਾ ਇੱਕ ਦੂਜੇ ਪੋਲੀਟੀਕਲ ਤੌਰ 'ਤੇ ਲੜਾਈਆਂ ਝਗੜੇ ਬਹੁਤ ਕੁਝ ਵਾਪਰਦਾ। ਕੀ ਠੀਕ ਹੈ ਕੀ ਗਲਤ ਹੈ ਉਹ ਵੱਖਰਾ ਵਿਸ਼ਾ ਹੈਗਾ। ਪਰ ਸਰਕਾਰਾਂ ਦੇ ਜੇ ਅੱਜ ਦੀ ਸਥਿਤੀ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਆਪਾਂ ਕਈ ਕੋਈ ਠੱਲ ਪਾ ਲੈਣਗੇ ਜਾਂ ਠੱਲ ਪੈ ਗਈ, ਅੱਜ ਦੀ ਤਰੀਕ ਦਾ ਇਹੋ ਜਿਹੀ ਕੋਈ ਠੱਲ ਪੈਂਦੀ ਨਜ਼ਰ ਆਉਂਦੀ ਨਹੀਂ। ਕੱਲ੍ਹ ਬਾਰੇ ਆਪਾਂ ਕਦੇ ਫਿਰ ਮੌਕਾ ਆਏਗਾ ਫਿਰ ਦੇਖਾਂਗੇ। ਇਸ ਵੇਲੇ ਸਥਿਤੀ ਜ਼ਰੂਰੀ ਪੰਜਾਬ ਦੀ ਬੜੀ ਗੰਭੀਰ ਹੈ, ਚਿੰਤਾ ਦਾ ਕਾਰਨ ਬਣੀ ਹੋਈ ਹੈ। ਮੈਂ ਫਿਰ ਕਹਾਂਗਾ ਕਿ ਊਧਮ ਸਿੰਘ ਕਾਲੇ ਨੇ ਪੰਜਾਬੀਆਂ ਲਈ ਇੱਕ ਸੁਨੇਹਾ ਦਿੱਤਾ ਹੈ ਕਿ ਤੁਹਾਡਾ ਭਵਿੱਖ ਕੱਲ੍ਹ ਨੂੰ ਕਿਹੋ ਜਿਹਾ ਹੋਏਗਾ ਪੰਜਾਬ ਦਾ। ਜੀ ਬਿਲਕੁਲ, ਤਾਂ ਵਾਕਿਆ ਹੀ ਸਿੱਧੂ ਸਾਹਿਬ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਲਈ, ਚਿੰਤਾ ਦਾ ਵਿਸ਼ਾ ਭਾਰਤ ਦੇ ਲਈ, ਕਿਉਂਕਿ ਕਿਸੇ ਵੀ ਦੇਸ਼ ਦੇ ਵਸਨੀਕ ਹੋਣ ਉਹ ਚਾਹੁੰਦੇ ਨੇ ਕਿ ਰੋਜ਼ਗਾਰ ਹੋਵੇ, ਸਿਹਤ ਹੋਵੇ, ਸਿੱਖਿਆ ਹੋਵੇ। ਇਹਨਾਂ ਦਾ ਹੋਣਾ ਬੇहद ਜ਼ਰੂਰੀ ਹੁੰਦਾ। ਜਦੋਂ ਇਨਸਾਨ ਨੂੰ ਉਸ ਦੇਸ਼ ਦੇ ਵਿੱਚ ਉਹ ਚੀਜ਼ਾਂ ਮੁਹੱਈਆ ਨਹੀਂ ਹੁੰਦੀਆਂ ਤਾਂ ਉਹ ਦੂਜੇ ਦੇਸ਼ਾਂ ਦੇ ਵੱਲ ਆਪਣਾ ਰੁਖ ਕਰ ਲੈਂਦਾ। ਤੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਤਾਂ ਬਹੁਤ ਹੀ ਨਵੇਂ ਕਾਰਨਾਮੇ ਆਏ ਦਿਨ ਵੇਖਣ ਨੂੰ ਮਿਲਦੇ ਆ, ਕਿਉਂਕਿ ਚੋਰੀ ਡਕੈਤੀ ਦੀਆਂ ਖਬਰਾਂ ਨੇ ਜਿਹੜੀਆਂ ਉਹ ਤਾਂ ਹਰ ਰੋਜ਼ ਅਖਬਾਰਾਂ 'ਚ ਛਪਦੇ ਨੇ, ਪਰ ਸ਼ਰੇਆਮ ਕਿਸੇ ਨਾ ਕਿਸੇ ਨੂੰ ਮਾਰ ਦੇਣਾ ਇਹ ਵੀ ਅੱਜ ਕੱਲ੍ਹ ਬੜਾ ਟ੍ਰੈਂਡਿੰਗ ਵਾਲੀ ਖਬਰ ਹੈ ਜਿਹੜੀ ਉਹ ਹੋ ਗਈ ਹੈ। ਸ਼ਰੇਆਮ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਸਤੇ ਤਾਬੜਤਾੜ ਗੋਲੀਆਂ ਮਾਰ ਦੇਣੀਆਂ। ਤਾਂ ਦਰਸ਼ਕਾਂ ਨੂੰ ਵੀ ਇਸ ਖਬਰ ਦਾ ਪਤਾ ਹੋਏਗਾ ਕਿ ਬਿਹਾਰ ਦੇ ਨਾਲ ਰਿਲੇਟਡ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਪੱਤਰਕਾਰ ਦਾ ਉਸੇ ਦੇ ਘਰ ਦੇ ਵਿੱਚ ਵੜ ਕੇ ਸਵੇਰ ਦੇ 5:30 ਵਜੇ ਕਤਲ ਕਰ ਦਿੱਤਾ ਗਿਆ। ਬਹੁਤ ਹੀ ਮੰਦਭਾਗੀ ਖਬਰ ਹੈ, ਬੇਹੱਦ ਸ਼ਰਮਨਾਕ ਕਰ ਹੈ ਕਿ ਇੱਥੇ ਕਿਸੇ ਨੂੰ ਬੋਲਣ ਦੀ ਆਜ਼ਾਦੀ, ਇੱਥੇ ਕਿਸੇ ਨੂੰ ਲਿਖਣ ਦੀ ਆਜ਼ਾਦੀ ਬਿਲਕੁਲ ਵੀ ਨਹੀਂ ਹੈ। ਤਾਂ ਫਿਰ ਭਾਰਤ ਦੇਸ਼ ਦੇ ਲੋਕ ਆਖਿਰਕਾਰ ਬਾਹਰਲੇ ਦੇਸ਼ਾਂ ਦੇ ਵੱਲ ਆਪਣਾ ਰੁਖ ਕਿਉਂ ਨਾ ਕਰਨ? ਸਿੱਧੂ ਸਾਹਿਬ। ਨਵਦੀਪ, ਜਦੋਂ ਤੁਸੀਂ ਆਪਾਂ ਜ਼ਿਕਰ ਕਰ ਰਹੇ ਹੋ, ਦੇਖੋ ਇਹ ਮੀਡੀਆ ਨਾਲ ਜੁੜਿਆ ਵਾ ਸਿੱਧੇ ਤੌਰ ਤੇ ਸਵਾਲ ਹੈ। ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਜ਼ਰੂਰ ਦੱਸਣਾ ਚਾਹਾਂਗੇ, ਇੱਕ ਵੱਡਾ ਸਵਾਲ ਹੈ ਦੁਨੀਆ ਭਰ ਦੇ ਵਿੱਚ ਜਿਸ ਦਾ ਮੰਥਨ ਹੋ ਰਿਹਾ ਹੈ ਕਿ ਮੀਡੀਆ ਦੀ ਕਿੰਨੀ ਕੁ ਆਜ਼ਾਦੀ ਹੈ। ਕਿ ਮੀਡੀਆ ਆਪਣੀ ਗੱਲ ਨਿਰਪੱਖਤਾ ਨਾਲ ਕਹਿ ਸਕਦਾ, ਨਹੀਂ ਕਹਿ ਸਕਦਾ। ਬਿਹਾਰ ਦਾ ਜੋ ਪੱਤਰਕਾਰ ਮਾਰਿਆ ਗਿਆ ਸਾਡੇ ਲਈ ਬਹੁਤ ਹੀ ਦੁੱਖ ਵਾਲੀ ਜਾਣਕਾਰੀ, ਦੁੱਖ ਵਾਲੀ ਖਬਰ ਹੈਗੀ ਹੈ, ਕਿਉਂਕਿ ਇੱਕ ਪੱਤਰਕਾਰ ਦੀ ਹੱਤਿਆ ਤਾਂ ਕਿਸੇ ਦੀ ਵੀ ਹੋਵੇ ਮਾੜੀ ਹੁੰਦੀ ਹੈ। ਪੱਤਰਕਾਰ ਦੀ ਹੱਤਿਆ ਦੀ ਮੈਂ ਇਸ ਕਰਕੇ ਗੱਲ ਕਰ ਰਿਹਾ ਹਾਂ ਕਿਉਂਕਿ ਉਹ ਆਪਣਾ ਪ੍ਰੋਫੈਸ਼ਨ, ਇੱਕ ਜ਼ਿੰਮੇਵਾਰੀ, ਸਮਾਜ ਪ੍ਰਤੀ ਜਾਗਰੂਕਤਾ ਦੀ ਗੱਲ ਕਰੀਏ, ਕਦੇ ਸਰਕਾਰਾਂ ਦੇ ਮੁੱਦੇ ਲੈਂਦੇ ਆ, ਕਦੇ ਹੋਰ ਇਸ਼ੂਜ਼ ਦੀ ਗੱਲ ਕਰਦੇ ਆ, ਆਪਣੀਆਂ ਜਾਨਾਂ ਜ਼ੋਖਮ 'ਚ ਪਾ ਕੇ। ਬਿਹਾਰ ਦਾ ਪੱਤਰਕਾਰ 35-36 ਸਾਲ ਦੀ ਉਸਦੀ ਉਮਰ ਦੇਖੋ ਤੁਸੀਂ, ਪਾਰ ਉਮਰ ਦੇ ਵਿੱਚ ਉਹ ਪੱਤਰਕਾਰ ਦਾ ਮਾਰੇ ਜਾਣਾ। ਹੁਣ ਬਾਅਦ 'ਚ ਹੁੰਦਾ ਕੀ ਹੈ, ਸਰਕਾਰਾਂ ਥੋੜ੍ਹੀ ਬਹੁਤੀ ਜਾਂਚ ਕਰਨਗੀਆਂ, ਕੋਈ ਫੜਿਆ ਜਾਏਗਾ ਤਾਂ ਅੱਗੇ ਕੇਸ ਚੱਲਣਗੇ ਕਿ ਸਾਬਤ ਹੋਏਗਾ ਨਹੀਂ ਹੋਏਗਾ, ਪਰ ਉਹ ਇੱਕ ਵੱਖਰੇ ਮਾਮਲੇ ਹੈਗੇ ਆ। ਵੱਡਾ ਸਵਾਲ ਤਾਂ ਇਹ ਨਜ਼ਦੀਕ ਕਿ ਪੱਤਰਕਾਰ ਮਾਰਿਆ ਗਿਆ ਆਪਣੀ ਇੱਕ ਪ੍ਰੋਫੈਸ਼ਨਲ ਡਿਊਟੀ ਦਿੰਦਿਆਂ। ਮੀਡੀਆ ਦੇ ਉੱਤੇ ਮੀਡੀਆ ਦੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਹੈ, ਉਹਦੀ ਪ੍ਰੋਟੈਕਸ਼ਨ ਹੈ, ਸੁਰੱਖਿਆ ਦੀ ਗੱਲ ਕਰ ਲਈਏ, ਉਹਦੀ ਆਜ਼ਾਦੀ ਦੀ ਗੱਲ ਕਰ ਲਈਏ, ਉਹਦੇ 'ਤੇ ਬਹੁਤ ਵੱਡਾ ਸਵਾਲ ਹੈ। ਇਹ ਕੋਈ ਪਹਿਲਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਰਤਾਰਾ ਨਹੀਂ ਹੈਗਾ। ਇੱਕ ਬਹੁਤ ਵੱਡਾ ਮੈਂ ਗੱਲ ਜਿਹੜੀ ਆਪਾਂ ਡੇਰਾ ਮੁਖੀ ਜਿਹੜਾ ਸਿਰਸੇ ਵਾਲਾ ਉਹਦੀ ਗੱਲ ਕਰ ਲਈਏ ਤਾਂ ਛਤਰਪਤੀ ਸਿਰਸੇ ਦਾ ਇੱਕ ਜਰਨਲਿਸਟ ਜਿਹੜਾ ਹੈਗਾ ਉਹ ਅੱਜ ਤੱਕ ਉਹਦਾ ਬੇਟਾ ਲੜਾਈ ਲੜ ਰਿਹਾ ਸੀ ਕਿ ਇਹਦੇ 'ਤੇ ਮੇਰੇ ਪਿਤਾ ਦਾ ਕਤਲ ਜਿਹੜਾ ਹੈਗਾ ਡੇਰਾ ਮੁਖੀ ਜਿਹੜਾ ਇਹਨਾਂ ਨੇ ਕਰਵਾਇਆ, ਇਹਦੇ ਲਈ ਜ਼ਿੰਮੇਵਾਰ ਹੈ। ਉਹਦੇ ਲਈ ਉਹਨੂੰ ਸਜ਼ਾ ਵਗੈਰਾ ਵੀ ਜਿਹੜੀਆਂ ਅਦਾਲਤਾਂ 'ਚ ਉਹਦੇ ਲਈ ਜਿਹੜੇ ਹੈਗਾ ਪ੍ਰਕਿਰਿਆ ਜਿਸ ਢੰਗ ਨਾਲ ਚੱਲ ਰਹੀ ਹੈ, ਪਰ ਇਹਦੇ ਬਾਵਜੂਦ ਵੀ ਜਦੋਂ ਬਾਰ-ਬਾਰ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂਦੀ ਹੈ, ਬਾਹਰ ਆਉਂਦਾ, ਮੈਂ ਦੇਖਦਾ ਕਈ ਵਾਰੀ ਉਹਦਾ ਜਿਹੜਾ ਬੇਟਾ ਹੈਗਾ ਜਰਨਲਿਸਟ ਦਾ ਛਤਰਪਤੀ ਦਾ, ਉਹ ਫਿਰ ਮੀਡੀਆ ਅੱਗੇ ਬੋਲਦਾ, ਸਾਡੇ ਵਰਗੇ ਮੀਡੀਆ ਕਰਮੀ ਜਾਂਦੇ ਆ, ਨਜ਼ਦੀਕ ਇੱਕ ਖਬਰ ਬਣ ਕੇ ਰਹਿ ਜਾਂਦਾ ਹੈ। ਦੁਖਾਂਤ ਇਸ ਗੱਲ ਦਾ ਹੈ ਕਿ ਪੱਤਰਕਾਰ ਜਿਹੜਾ ਦੁਨੀਆ ਦੀ ਖਬਰ ਬਣਾਉਂਦਾ ਹੈ
ਕਈ ਵਾਰੀ ਜਦੋਂ ਇਸ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦਾ ਆਪ ਹੀ ਇੱਕ ਖਬਰ ਬਣ ਜਾਂਦਾ, ਖਬਰ ਤੋਂ ਬਾਅਦ ਉਹਦੀ ਕੋਈ ਔਕਾਤ ਨਹੀਂ ਰਹਿ ਜਾਂਦੀ। ਤੁਸੀਂ ਮੀਡੀਆ ਦੀ ਗੱਲ ਕਰ ਲਓ, ਕਿਸੇ ਦੀ ਗੱਲ ਕਰ ਲਓ, ਹੁਣ ਅੱਜ ਦੀ ਵੀ ਦੇਖੋ ਬਿਹਾਰ ਵਾਲੇ ਪੱਤਰਕਾਰ ਦੀ ਹੱਤਿਆ ਹੋਈ ਹੈ, ਉਹੀ 4-6 ਲਾਈਨਾਂ ਦੀ ਖਬਰ ਲੱਗੀ ਹੈ ਨਾ ਕਿ ਇੱਕ ਪੱਤਰਕਾਰ ਮਾਰਿਆ ਗਿਆ, ਇੱਕ ਦਿਨ ਬਾਅਦ ਹੋਰ ਨਵੀਆਂ ਖਬਰਾਂ ਆ ਜਾਣੀਆਂ। ਸੋ ਇਹ ਬਹੁਤ ਵੱਡਾ ਮੀਡੀਆ ਦੇ ਉੱਤੇ ਅਟੈਕ ਹੈ। ਜਦੋਂ ਆਪਾਂ ਦੁਨੀਆ ਭਰ ਦੇ ਮੰਥਨ ਦੀ ਮੈਂ ਜਿੱਦਾਂ ਗੱਲ ਕਰ ਰਿਹਾ ਸੀ, ਤਾਂ ਹਿੰਦੁਸਤਾਨ ਵੀ ਇਸ ਵੇਲੇ ਉਹਨਾਂ ਦੇਸ਼ਾਂ 'ਚ ਆਉਂਦਾ ਹੈ ਜਿੱਥੇ ਮੀਡੀਆ ਦੇ ਉੱਪਰ ਵੱਡੀ ਪੱਧਰ 'ਤੇ ਹਮਲੇ ਹੋ ਰਹੇ ਹੈ ਔਰ ਕਈ ਕਿਸਮ ਦੇ ਦਬਾਅ ਹੈ। ਨਵਦੀਪ ਜਿਹੜਾ ਹੈਗਾ, ਇਹ ਨਹੀਂ ਕਿ ਇੱਕ ਪੱਤਰਕਾਰ ਮਾਰਨ ਦੀ ਗੱਲ ਇੱਕ ਵਿਅਕਤੀਗਤ ਘਟਨਾ ਹੈਗੀ ਹੈ, ਸਰਕਾਰਾਂ ਦੇ ਦਬਾਅ ਹੈ। ਸਰਕਾਰਾਂ ਚਾਹੁੰਦੀਆਂ ਕਿ ਇਸ ਢੰਗ ਨਾਲ ਸਾਡੀ ਕਵਰੇਜ ਹੋਣੀ ਚਾਹੀਦੀ ਹੈ, ਆ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਇਹ ਵੱਡੀਆਂ ਲੜਾਈਆਂ 'ਚ ਮੈਂ ਅਕਸਰ ਨਵਦੀਪ ਇਹ ਕਹਿਣਾ ਹੁੰਦਾ, ਜਦੋਂ ਪੱਤਰਕਾਰ ਬਾਹਰ ਫੀਲਡ 'ਚ ਨਿਕਲਦਾ ਹੈ, ਕਈ ਵਾਰ ਉਸਨੂੰ ਬੜਾ ਹੁੰਦਾ ਕਿ ਮੈਂ ਮੁੱਖ ਮੰਤਰੀ ਦੀ ਪਗੜੀ ਲਾਤੀ, ਮੈਂ ਸਰਕਾਰ ਡਿਸਟਰਬ ਕਰਤੀ, ਮੇਰੀ ਰਿਪੋਰਟ ਦੇ ਨਾਲ ਸਰਕਾਰ ਹਿੱਲ ਗਈ। ਪਰ ਜਦੋਂ ਇੱਕ ਪੱਤਰਕਾਰ ਨਵਦੀਪ ਘਰ ਆਉਂਦਾ ਨਾ, ਉਹ ਬਹੁਤ ਇਕੱਲਾ ਹੁੰਦਾ ਜੀ, ਉਹਦੀ ਕੋਈ ਸੁਰੱਖਿਆ ਨਹੀਂ ਹੁੰਦੀ, ਉਹਦੇ ਬੱਚੇ, ਉਹਦੀ ਬੀਵੀ ਜਿਹੜੀ ਹੈਗੀ ਆ ਉਹ ਆਪ। ਤੇ ਜਦੋਂ ਜਿਹੜੇ ਉਹ ਟਾਰਗੇਟ ਕਿਲਿੰਗ ਹੁੰਦੀ ਹੈ ਤਾਂ ਉਦੋਂ ਵੀ ਉਹ ਇਕੱਲਾ ਹੀ ਜਿਹੜਾ ਹੈਗਾ ਉਹ ਹੱਤਿਆ ਦਾ ਸ਼ਿਕਾਰ ਹੁੰਦਾ, ਮਾਰਿਆ ਜਾਂਦਾ। ਤੇ ਫਿਰ ਕੋਈ ਨਹੀਂ ਦੇਖਦਾ ਕਿ ਇਸ ਪੱਤਰਕਾਰ ਦੀ ਰਿਪੋਰਟ ਦੇ ਨਾਲ ਸਰਕਾਰ ਹਿੱਲ ਗਈ ਜਾਂ ਮੁੱਖ ਮੰਤਰੀ ਹਿੱਲ ਗਿਆ। ਮੀਡੀਆ ਨੂੰ, ਰਿਪੋਰਟਰ ਨੂੰ ਜ਼ਰੂਰ ਇਸ ਗੱਲ ਦਾ ਰਹਿੰਦਾ ਕਿ ਵੀ ਮੈਂ ਐਡੀ ਵੱਡੀ ਗੱਲ ਕੀਤੀ ਹੈ, ਪਰ ਸਮਾਜ ਉਹਨੂੰ ਉਸ ਤਰ੍ਹਾਂ ਹੀ ਲੈਂਦਾ ਹੈ। ਕੱਲ੍ਹ ਨੂੰ ਹੋਰ ਖਬਰਾਂ ਆ ਜਾਂਦੀਆਂ, ਜਿੱਦਾਂ ਮੈਂ ਕਿਹਾ, ਹੋਰ ਕੋਈ ਸਥਿਤੀ ਬਦਲ ਜਾਂਦੀ ਹੈ। ਸੋ ਇਹੋ ਜਿਹੀ ਲੜਾਈ ਜਿਹੜੀ ਪੱਤਰਕਾਰ ਵੱਲੋਂ ਲੜਾਈ ਲੜਨੀ, ਖਾਸ ਉੱਤੇ ਹਿੰਦੁਸਤਾਨ ਦੇ ਅੰਦਰ ਇਸ ਵੇਲੇ ਜੋ ਸਥਿਤੀ ਬਣੀ ਵੀ ਹੈ, ਜਿੱਥੇ ਗੈਂਗਸਟਰਾਂ ਦੀ ਗੱਲ ਹੋ ਰਹੀ ਹੈ, ਜਿੱਥੇ ਮਾਫੀਆ ਦੀ ਗੱਲ ਹੋ ਰਹੀ ਹੈ, ਜਿੱਥੇ ਨਸ਼ਾ ਤਸਕਰਾਂ ਦੀ ਗੱਲ ਹੋ ਰਹੀ ਹੈ, ਕੌਣ ਕਰੇਗਾ ਰਿਪੋਰਟ? ਜਿਹੜਾ ਰਿਪੋਰਟ ਕਰੇਗਾ ਉਹ ਨਿਸ਼ਾਨਾ ਤਾਂ ਬਣੇਗਾ ਨਾ। ਨਹੀਂ, ਸਰਕਾਰਾਂ ਨੇ, ਪੋਲੀਟੀਕਲ ਪਾਰਟੀਆਂ ਨੇ ਸੱਤਾ ਹਾਸਲ ਕਰਨੀ ਹੁੰਦੀ ਹੈ, ਉਹਨਾਂ ਦੀ ਲੜਾਈ ਵੱਖਰੀ ਕਿਸਮ ਦੀ ਹੈ। ਜਿਹੜਾ ਜਰਨਲਿਸਟ ਹੈ ਉਹ ਕਹਿੰਦਾ ਕਿ ਮੇਰੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਮੈਂ ਬੀਇੰਗ ਏ ਜਰਨਲਿਸਟ, ਮੈਂ ਇੱਕ ਪੱਤਰਕਾਰ ਦੇ ਤੌਰ 'ਤੇ ਜੋ ਸਮਾਜ ਦੇ ਸਾਹਮਣੇ ਸੱਚ ਹੈ ਉਹ ਆਉਣਾ ਚਾਹੀਦਾ, ਲਿਆਵਾਂ। ਫਿਰ ਵੀ ਸੱਚ ਦਬਦਾ ਨਹੀਂ, ਪੱਤਰਕਾਰ ਲਿਆਉਂਦੇ ਆ। ਇਹਦੇ ਨਾਲ ਇਹ ਨਹੀਂ ਕਿ ਜੇ ਕੋਈ ਪੱਤਰਕਾਰ ਦੀ ਕਿਲਿੰਗ ਹੋ ਗਈ ਹੈ, ਹੱਤਿਆ ਹੋ ਗਈ ਹੈ ਤਾਂ ਸੱਚਾਈ ਦਬ ਜਾਏਗੀ। ਆਪਾਂ ਜਾਣਦੇ ਹਾਂ ਹਰ ਰੋਜ਼ ਫਿਰ ਵੀ ਪੱਤਰਕਾਰ ਆਪਣੇ ਘਰਾਂ ਤੋਂ ਕਾਫਲੇ ਬਣ ਕੇ ਨਿਕਲਦੇ ਆ, ਉਸੇ ਸੁਸਾਇਟੀ ਨੂੰ ਕਵਰ ਕਰਦੇ ਆ। ਪ੍ਰਸਥਿਤੀਆਂ ਬਹੁਤ ਔਖੀਆਂ ਪ੍ਰਸਥਿਤੀਆਂ। ਮੈਂ ਇਸ ਕਰਕੇ ਵੀ ਗੱਲ ਕਰ ਰਿਹਾ ਕਿ ਜਿੰਨਾ ਪੰਜਾਬ ਦੇ ਜਰਨਲਿਸਟਾਂ ਨੇ ਭੁਗਤਿਆ, ਸ਼ਾਇਦ ਦੇਸ਼ ਦੇ ਹੋਰ ਬਹੁਤ ਘੱਟ ਹਿੱਸੇ ਨੇ ਭੁਗਤਿਆ ਹੋਵੇਗਾ। ਜੰਮੂ ਕਸ਼ਮੀਰ 'ਚ ਇਹ ਸਥਿਤੀ ਹੋ ਸਕਦੀ ਹੈ। ਪੰਜਾਬ ਦੇ ਵਿੱਚ ਜਦੋਂ ਖਾੜਕੂਬਾਦ ਦਾ ਦੌਰ ਸੀ, ਇੱਕ ਪਾਸੇ ਪੁਲਿਸ ਦਾ ਵੱਡਾ ਦਬਦਬਾ, ਦੂਜੇ ਪਾਸੇ ਖਾੜਕੂ ਇੱਕ ਲਹਿਰ ਸੀ, ਉਸ ਲਹਿਰ ਦੇ 'ਚ ਸੰਤੁਲਨ ਬਣਾ ਕੇ ਰੱਖਣਾ, ਨਿਰਪੱਖ ਪੱਤਰਕਾਰਤਾ ਕਰਨੀ, ਅੰਦਾਜ਼ਾ ਹੀ ਲਗਾਇਆ ਜਾ ਸਕਦਾ ਕਿ ਕਿੱਡੀ ਵੱਡੀ ਚੁਣੌਤੀ ਸੀ ਤੇ ਉਸ ਨੂੰ ਸ਼ਬਦਾਂ ਨਾਲ ਬਿਆਨ ਕਰਨਾ ਵੀ ਔਖਾ ਹੈ। ਇਹੋ ਜਿਹੀ ਸਥਿਤੀ ਦੇ ਅੰਦਰ ਪੱਤਰਕਾਰਾਂ ਦਾ ਕੰਮ ਕਰਨਾ, ਜੇ ਬਿਹਾਰ ਦਾ ਪੱਤਰਕਾਰ ਮਾਰਿਆ ਗਿਆ, ਜੇ ਪ੍ਰੋਫੈਸ਼ਨਲ ਰਿਸਪੌਂਸਿਬਿਲਿਟੀ ਨਿਭਾਉਂਦਾ ਇੱਕ ਪੱਤਰਕਾਰ ਕੋਈ ਚਲਿਆ ਜਾਂਦਾ ਹੈ ਤਾਂ ਸਾਡਾ ਉਸ ਪੱਤਰਕਾਰ ਨੂੰ ਸੈਲੂਟ ਹੈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਬਾਵਜੂਦ ਜਿਹੜਾ ਸਾਡਾ ਪ੍ਰੋਫੈਸ਼ਨ ਹੈ, ਜਰਨਲਿਜ਼ਮ ਹੈਗਾ, ਪੱਤਰਕਾਰ ਸਾਥੀ ਹੈ, ਉਹ ਉਹਨਾਂ ਦੇ ਪੈਰ ਥਿਰਕਣਗੇ ਨਹੀਂ। ਉਹ ਇਸੇ ਤਰ੍ਹਾਂ ਹੀ ਆਪਣਾ ਸੱਚ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ, ਸਮਾਜ ਦੇ ਸਾਹਮਣੇ ਉਜਾਗਰ ਕਰਦੇ ਰਹਿਣਗੇ। ਨਵਦੀਪ ਜੀ, ਬਿਲਕੁਲ। ਜੇਕਰ ਤੁਸੀਂ ਸੱਚ ਬੋਲੋਗੇ ਤਾਂ ਤੁਹਾਡਾ ਮੂੰਹ ਬੰਦ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਖੜੇ ਹੋਣਗੇ। ਜੇਕਰ ਤੁਸੀਂ ਆਪਣਾ ਮੂੰਹ ਬੰਦ ਨਹੀਂ ਕਰੋਗੇ ਤਾਂ ਤੁਸੀਂ ਮੌਤ ਦੇ ਘਾਟ ਉਤਾਰਦੇ ਜਾਓਗੇ। ਤਾਂ ਕਈ ਵਾਰ ਤਾਂ ਹਾਲਤ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਜਦੋਂ ਕਿਸੇ ਅਦਾਰੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਵਧੀਆ ਜਿਹੜੀ ਰਿਪੋਰਟਿੰਗ ਹੈ ਉਹ ਕਰਨੀ ਹੈ, ਤਾਂ ਬੰਦਾ ਵਧੀਆ ਰਿਪੋਰਟਿੰਗ ਕਰਕੇ ਲਿਆਉਂਦਾ, ਤਾਂ ਜਦੋਂ ਕਿਤੇ ਫਸ ਜਾਂਦਾ ਹੈ ਤਾਂ ਉਦੋਂ ਅਦਾਰਾ ਵੀ ਉਸ ਦਾ ਸਾਥ ਨਹੀਂ ਦਿੰਦਾ। ਬਹੁਤ ਸਾਰੇ ਐਸੀਆਂ ਖਬਰਾਂ, ਸਿੱਧੂ ਸਾਹਿਬ, ਤੁਹਾਡਾ ਤਾਂ ਬਹੁਤ ਲੰਬਾ ਸਮਾਂ ਪੱਤਰਕਾਰੀ ਦੇ ਨਾਲ ਰਿਹਾ, ਬਹੁਤ ਸਾਰੀਆਂ ਐਸੀਆਂ ਘਟਨਾਵਾਂ, ਐਗਜ਼ਾਮਪਲਸ ਤੁਸੀਂ ਵੇਖੀਆਂ ਹੋਣਗੀਆਂ, ਸੁਣੀਆਂ ਹੋਣਗੀਆਂ ਜਾਂ ਬੀਤੀਆਂ ਹੋਣਗੀਆਂ, ਤਾਂ ਕੀ ਕਹਿਣਾ ਚਾਹੋਗੇ? ਨਵਦੀਪ, ਜੋ ਤੁਸੀਂ ਜ਼ਿਕਰ ਕੀਤਾ, ਮੈਂ ਦਰਸ਼ਕਾਂ ਨਾਲ ਜ਼ਰੂਰ, ਨਵਦੀਪ ਨੇ ਇੱਕ ਐਸਾ ਸਵਾਲ ਛੇੜਦਾ ਜਿਹਨੂੰ ਕਹਿੰਦੇ ਕਿ ਦੁੱਖ ਦੀ ਰਗ 'ਤੇ ਹੱਥ ਰੱਖਣ ਵਾਲੀ ਗੱਲ ਹੈਗੀ ਹੈ। ਜਰਨਲਿਜ਼ਮ ਦੇਖਣ ਨੂੰ ਬਹੁਤ ਇੱਕ ਬੜਾ ਪੇਸ਼ਾ ਲੱਗਦਾ, ਬੜਾ ਚਮਕਦਾ ਮੁਕਾਲਾ ਪੇਸ਼ਾ ਲੱਗਦਾ ਕਿ ਬਹੁਤ ਅੱਛਾ, ਔਰ ਇਹਦੇ 'ਚ ਕੋਈ ਦੋ ਰਾਏ ਵੀ ਨਹੀਂ ਹੈ ਕਿ ਵੀ ਕੇਵਲ ਤਨਖਾਹ ਜਾਂ ਪੈਸਾ ਹੀ ਜਿਹੜਾ ਹੈਗਾ ਮਨੁੱਖ ਦੀ ਜ਼ਿੰਦਗੀ 'ਚ, ਉਹਦੇ ਕੈਰੀਅਰ 'ਚ ਸਭ ਕੁਝ ਨਹੀਂ ਹੁੰਦਾ। ਜਰਨਲਿਜ਼ਮ ਦੇ ਚੱਲਦਿਆਂ
ਬਹੁਤ ਪੱਤਰਕਾਰਾਂ ਨੇ ਆਪਣਾ ਕੰਮ ਕਰਕੇ ਨਵਦੀਪ ਨਾਂ ਕਮਾਇਆ ਹੈ। ਉਹ ਦੁਨੀਆ 'ਚ ਹੈਗੇ ਹੈ ਨਹੀਂ ਹੈਗੇ ਇੱਕ ਵੱਖਰਾ ਇਸ਼ੂ ਹੈਗਾ। ਇਸ ਤੋਂ ਵੱਡੇ ਵੱਡੇ ਪੈਸਿਆਂ ਵਾਲੇ ਲੋਕ ਹੋਰ ਬਹੁਤ ਲੋਕ ਹੋਣਗੇ ਜਿਨ੍ਹਾਂ ਨੂੰ ਸਮਾਜ 'ਚ ਕੋਈ ਨਹੀਂ ਜਾਣਦਾ ਹੋਵੇਗਾ, ਪਰ ਉਹਨਾਂ ਦੀ ਇੱਕ ਪਹਿਚਾਣ ਜਿਹੜੀ ਹੈਗੀ ਆ ਹਮੇਸ਼ਾ ਬਣੀ ਰਹੇਗੀ। ਸੋ ਇਹ ਵੀ ਗੱਲ ਹੈ ਕਿ ਸਾਡਾ ਜਿਹੜਾ ਪ੍ਰੋਫੈਸ਼ਨ ਹੈਗਾ ਹੈ ਉਹ ਇਕੱਲਾ ਆਪਾਂ ਕਹੀਏ ਕਿ ਪੈਸੇ ਨਾਲ ਨਹੀਂ ਨਾਪਿਆ ਤੋਲਿਆ ਜਾਂਦਾ। ਇਹਦਾ ਜੋ ਸਮਾਜ 'ਚ ਕੰਟਰੀਬਿਊਸ਼ਨ ਹੈ, ਜੋ ਜਰਨਲਿਜ਼ਮ ਸਹੀ ਲੋਕ ਕੰਮ ਕਰਦੇ ਆ ਉਹਨਾਂ ਦੀ ਇੱਕ ਆਪਣੀ ਜਗ੍ਹਾ ਇੱਕ ਸਪੇਸ ਵੀ ਹੁੰਦੀ ਹੈ। ਜਿੱਦਾਂ ਨਵਦੀਪ ਨੇ ਕਿਹਾ ਕਿ ਠੀਕ ਹੈ ਪੋਲੀਟੀਸ਼ੀਅਨ ਹੈ, ਹੋਰ ਲੋਕ ਆ ਆਪਣੇ ਆਪਣੇ ਢੰਗ ਨਾਲ ਉਹਨਾਂ ਦੇ ਵੀ ਨਾਂ ਰੁਤਬੇ ਬਣਦੇ ਹੈ, ਪਰ ਇੱਕ ਪੱਤਰਕਾਰ ਦਾ ਐਸਾ ਇਮਾਨਦਾਰੀ ਵਾਲਾ ਪ੍ਰੋਫੈਸ਼ਨ ਹੈ ਕਿ ਜਦੋਂ ਇਹਦੇ ਤੇ ਕੋਈ ਮਿਹਨਤ ਕਰਕੇ ਆਪਣੀਆਂ ਖਬਰਾਂ ਰਿਪੋਰਟਾਂ ਰਾਹੀਂ ਅੱਗੇ ਆਉਂਦਾ ਹੈ ਤਾਂ ਸਮਾਜ ਵੀ ਉਸ ਨੂੰ ਚੇਤੇ ਰੱਖਦਾ। ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਪਰ ਦੂਜੀ ਜੋ ਗੱਲ ਨਵਦੀਪ ਉਹਨਾਂ ਨੇ ਕਹੀ ਆ ਉਹ ਇਹ ਵੀ ਹੈਗੀ ਹੈ ਕਿ ਇਨਸਿਕਿਉਰਿਟੀ ਆਪਾਂ ਕਹੀਏ, ਚਾਹੇ ਤੁਸੀਂ ਫਿਜ਼ੀਕਲ ਇਨਸਿਕਿਉਰਿਟੀ ਦੀ ਗੱਲ ਕਰ ਲਈ ਚਾਹੇ ਫਾਈਨੈਂਸ਼ੀਅਲ ਇਨਸਿਕਿਉਰਿਟੀ ਦੀ ਗੱਲ ਕਰ ਲਈਏ, ਉਹ ਤਾਂ ਹੈ ਹੀ ਹੈ। ਮੈਂ ਪੰਜਾਬ ਵਿਧਾਨ ਸਭਾ ਦਾ ਜਦੋਂ ਨਵਦੀਪ ਹੋਣੀ ਗੱਲ ਕਹਿ ਰਹੇ ਤਾਂ ਇੱਕ ਸੈਸ਼ਨ ਕਰਕੇ ਬਾਹਰ ਨਿਕਲ ਰਿਹਾ ਸੀ ਤੇ ਮੈਂ ਉਹਨੂੰ ਦਿਨ ਟ੍ਰਿਬਿਊਨ ਸੀ ਨਵਦੀਪ, ਹਾਲਾਂਕਿ ਟ੍ਰਿਬਿਊਨ ਇੱਕ ਵੱਖਰੀ ਕਿਸਮ ਦਾ ਅਦਾਰਾ ਹੈਗਾ। ਤੇ ਮੇਰੇ ਨਾਲ ਇੱਕ ਮੇਰਾ ਕਲੀਗ ਜਰਨਲਿਸਟ ਸੀ, ਮੈਂ ਉਹਨੂੰ ਕਹਿਣ ਲੱਗਾ ਮੈਂ ਕਿਹਾ ਯਾਰ ਬੜੇ ਇਹੋ ਜਿਹੇ ਪ੍ਰੋਫੈਸ਼ਨ 'ਚ ਆ ਗਏ। ਕਹਿੰਦਾ ਕਿਹੋ ਜਿਹੇ ਪ੍ਰੋਫੈਸ਼ਨ 'ਚ? ਮੈਂ ਕਿਹਾ ਇਹੋ ਜਿਹੇ ਪ੍ਰੋਫੈਸ਼ਨ 'ਚ ਆ ਗਏ ਹਾਂ ਕਿ ਜਿਹਦੀ ਪੈਨਸ਼ਨ ਹੀ ਕੋਈ ਨਹੀਂ ਇੰਨੇ ਸਾਲ ਸੇਵਾ ਕਰਨ ਤੋਂ ਬਾਅਦ। ਮੈਂ ਕਿਹਾ ਮੇਰੀ ਬੀਵੀ ਟੀਚਰ ਹੈ ਤੇ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਜਿੰਨੀ ਕਿ ਤਨਖਾਹ ਉਹਨੂੰ ਮਿਲੇਗੀ ਪੈਨਸ਼ਨ ਦੀ, ਮੇਰੇ ਖਿਆਲ ਬਹੁਤੇ ਸ਼ਾਇਦ ਜਰਨਲਿਸਟਾਂ ਨੂੰ ਨਾ ਮਿਲਦੀ ਹੋਵੇ ਉਨੀ ਜਿਹੜੀ ਹੈਗੀ ਆ। ਸੋ ਇਹ ਜਿਹੜਾ ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਇਹ ਤਾਂ ਹੈ ਹੀ ਹੈ। ਉਹਦੇ ਨਾਲ ਇੱਕ ਨਵਦੀਪ ਸਾਰਿਆਂ ਵਿੱਚ ਤਾਂ ਨਹੀਂ, ਇੱਕ ਕਿਧਰੇ ਨਾ ਕਿਧਰੇ ਇਹ ਵੀ ਹੁੰਦਾ ਹੈ ਕਿ ਜਿਹੜੇ ਲੋਕ ਗਰੁੱਪ ਹੈਗੇ ਆ ਵੱਡੇ ਵੱਡੇ ਗੈਂਗ ਨੇ ਗਰੋਹ ਨੇ, ਉਹ ਐਕਸਪਲੈਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆ। ਪੋਲੀਟੀਕਲ ਪਾਰਟੀਆਂ ਵੀ ਐਕਸਪਲੈਟ ਕਰਨ ਦੀ ਕੋਸ਼ਿਸ਼ ਕਰਦੀਆਂ ਜਿਹੜੀਆਂ ਹੈਗੀਆਂ। ਮੈਂ ਇੱਕ ਬੜਾ ਆਪਾਂ ਚਲੋ ਨਾਂ ਲੈਣਾ ਤਾਂ ਚੰਗਾ ਨਹੀਂ ਹੋਏਗਾ, ਕਿਉਂਕਿ ਗੱਲ ਜਿਹੜੀ ਮੈਂ ਕਹਿੰਦਾ ਕਿ ਕਿਸ ਕਦਰ ਫਿਰ ਪ੍ਰੋਫੈਸ਼ਨ ਪ੍ਰਤੀ ਤੁਹਾਡੇ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵਦੀਪ ਜਨਰਲ ਇਲੈਕਸ਼ਨ ਸੀ। SGPC ਦੀਆਂ ਇਲੈਕਸ਼ਨ ਜਿਹੜੀਆਂ ਹੁੰਦੀਆਂ ਨਾ ਨਵਦੀਪ ਇੱਕ ਵੱਖਰੀ ਕਿਸਮ ਦੀਆਂ ਇਲੈਕਸ਼ਨ ਹੁੰਦੀਆਂ। ਜਿਹੜਾ ਆਮ ਤੌਰ 'ਤੇ ਪਾਰਲੀਮੈਂਟ ਦੀ ਗੱਲ ਕਰ ਲਈਏ, ਆਪਾਂ ਵਿਧਾਨ ਸਭਾ ਦੀ ਗੱਲ ਕਰ ਲਈਏ, ਉਹਦੇ ਤਾਂ ਹੁੰਦਾ ਨਾ ਤੁਸੀਂ ਕਿਸੇ ਕੋਲੇ ਵੀ ਜਾਓ, ਜਾ ਕੇ ਉਹਨੂੰ ਪੁੱਛ ਸਕਦੇ ਹੋ ਹਾਂ ਵੀ ਤੁਸੀਂ ਤੁਹਾਡੀ ਕੀ ਰਾਏ ਹੈ, ਤੁਹਾਡੇ ਇਲਾਕੇ 'ਚ ਕਿਹੜੀ ਪਾਰਟੀ ਡੋਮੀਨੇਟ ਕਰ ਰਹੀ ਹੈ, ਕਿਸ ਨੂੰ ਵੋਟ ਪਾਓਗੇ, ਤਰ੍ਹਾਂ ਤਰ੍ਹਾਂ ਦੇ ਜੋ ਸਵਾਲ ਜਰਨਲਿਸਟ ਕਰਦੇ ਆ। ਪਰ SGPC ਇੱਕ ਦੀ ਇਲੈਕਸ਼ਨ ਐਸੀ ਹੈ ਕਿ ਤੁਸੀਂ ਉਸੇ ਨਹੀਂ ਪੁੱਛ ਸਕਦੇ ਹੋ ਜਿਹੜਾ ਉਹਦੇ ਲਈ ਵੋਟਰ ਹੋਏਗਾ, ਔਰ ਵੋਟਰ ਉਹੀ ਹੋ ਸਕਦਾ ਹੈ ਜਿਹੜਾ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਏਗਾ। ਤੇ ਮੈਂ ਮਾਲਵੇ ਦੇ ਇੱਕ ਸੰਗਰੂਰ ਡਿਸਟ੍ਰਿਕਟ ਦੇ ਖੇਤਰ ਦੀ ਸੜਕ ਤੋਂ ਲੰਘ ਰਿਹਾ ਸੀ। ਮੈਂ ਦੇਖਿਆ ਇੱਕ ਚੰਗੇ ਦੋ ਜਿਹੜੇ ਹੈਗੇ ਜ਼ਿੰਮੇਵਾਰ ਜਿਹੜੇ ਹੈਗੇ, ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣਗੇ, ਸਮਾਜ 'ਚ ਵੀ ਉਹਨਾਂ ਦਾ ਨਾਂ ਹੈਗਾ, ਇੱਕ ਉਹਨਾਂ ਦੇ ਨਾਲ ਬਾਅਦ ਜਾ ਕੇ SGPC ਦੇ ਚੰਗੇ ਅਹੁਦੇਦਾਰ ਬਣੇ। ਉਹ ਦੋਨਾਂ ਜਣਿਆਂ ਨੇ ਗੱਡੀ ਜਿਹੜੀ ਹੈਗੀ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਕੀਤੀ। ਮੈਂ ਆਪਣੇ ਸਾਥੀ ਨੂੰ ਕਿਹਾ, ਮੈਂ ਆਖਿਆ ਵੀ ਆਪਾਂ ਜਰਾ ਇਹਨਾਂ ਨੂੰ ਜਾਂਦੇ ਹੋਏ ਮਿਲ ਚੱਲੀਏ, ਕਿਉਂਕਿ ਕੋਈ ਨਾ ਕੋਈ ਗੱਲ ਜਿਹੜੀ ਹੈਗੀ ਹੈ ਪਤਾ ਲੱਗੇਗੀ ਕਿ SGPC ਦੀਆਂ ਇਲੈਕਸ਼ਨ ਕਿੱਦਾਂ ਚੱਲ ਰਹੀਆਂ। ਅਤੇ ਖੈਰ ਗੱਲ ਮੈਂ ਕੀਤੀ ਤਾਂ ਗੱਲ ਕਰਨ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੀ ਉਹਨਾਂ ਨੇ ਜਿੱਦਾਂ ਨੋਰਮਲੀ ਹੁੰਦਾ ਕਿ ਵੱਡੇ ਸਾਰੇ ਚੋਲੇ ਪਾਏ ਹੁੰਦੇ ਆ, ਉਹਨਾਂ ਨੇ ਆਪਣੇ ਚੋਲੇ ਦੇ ਖੀਸੇ 'ਚ ਮਾਰਿਆ ਹੱਥ ਤੇ ਰੁਕ ਸਾਰਾ ਪੈਸਿਆਂ ਦਾ ਕੱਢ ਕੇ। ਜਦੋਂ ਮੈਂ ਕਿਹਾ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਆ, ਮੈਂ ਇਹੋ ਜਿਹਾ ਪਾਪ ਜਿਹੜਾ ਮੈਂ ਕਦੇ ਜ਼ਿੰਦਗੀ 'ਚ ਨਾ ਕਦੇ ਇਹੋ ਜਿਹੀ ਗੱਲ ਕੀਤੀ ਹੈ। ਤੁਹਾਡੇ ਲੋਕਲ ਪੱਧਰ 'ਤੇ ਕੋਈ ਗੱਲ ਹੁੰਦੀ ਹੋਏਗੀ, ਮੈਨੂੰ ਨਹੀਂ ਪਤਾ। ਮੈਨੂੰ ਬਾਹਰ ਮੇਰੀ ਗੱਡੀ ਖੜੀ ਹੈ, ਟ੍ਰਿਬਿਊਨ ਮੈਨੂੰ ਤੇਲ ਪਾਣੀ ਦਿੰਦਾ ਹੈ, ਮੇਰੀ ਤਨਖਾਹ ਚੰਗੀ ਹੈ, ਚਲੋ ਹੋਰ ਵੀ ਮੈਂ ਰੋਟੀ ਪਾਣੀ ਖਾਣ ਜੋਗਾ ਹੈਗਾ, ਅਤੇ ਮੈਨੂੰ ਇਹੋ ਜਿਹੀਆਂ ਗੱਲਾਂ ਦੀ ਜ਼ਰੂਰਤ ਨਹੀਂ। ਮੈਂ ਸਵਾਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰੀ ਜ਼ਰੂਰਤ ਦੀ ਗੱਲ, ਮੈਂ ਆਪਣੇ ਆਪ ਦੀ ਕੋਈ ਵਡਿਆਈ ਵਾਲੀ ਗੱਲ ਹੈ। ਸਵਾਲ ਇਹ ਹੈ ਕਿ ਸਾਡੇ ਪ੍ਰੋਫੈਸ਼ਨ ਨੂੰ ਲੋਕ ਇਸ ਤਰ੍ਹਾਂ ਦੇਖਦੇ ਕਿਉਂ ਹੈ, ਕਿਉਂ ਦੇਖਦੇ ਹੈ ਕਿ ਇਸ ਤਰ੍ਹਾਂ ਪੱਤਰਕਾਰ ਕੋਈ ਖਰੀਦਿਆ ਜਾ ਸਕਦਾ, ਉਹਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਉਹਦੀ ਸਭ ਤੋਂ ਇੱਕ ਵੱਡੀ ਵਜ੍ਹਾ ਸਾਡੇ ਪ੍ਰੋਫੈਸ਼ਨ 'ਚ ਨਵਦੀਪ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਇਹੀ ਹੈ ਕਿ ਆਰਥਿਕ ਤੌਰ 'ਤੇ ਜਿਹੜੀ ਹੈਗੀ ਹੈ ਨਾਕਾਮਯਾਬੀ ਜਿਹੜੀ ਹੈਗੀ ਹੈ ਬਹੁਤੇ ਅਦਾਰਿਆਂ ਵੱਲੋਂ, ਬਹੁਤੇ ਸਿਸਟਮ ਦੇ ਵੱਲੋਂ ਜਿਹੜਾ ਹੈਗਾ ਪੱਤਰਕਾਰ ਜ਼ਰੂਰ ਜਿਹੜਾ ਹੈਗਾ ਆਪਣੇ ਆਪ ਨੂੰ, ਜਿੱਦਾਂ ਮੈਂ ਕਿਹਾ ਸਮਾਜ ਜਦੋਂ ਨਿਕਲਦਾ ਉਹਦੀ ਇੱਕ ਵੱਖਰੀ ਗੱਲ ਹੁੰਦੀ ਹੈ, ਪਰ ਇੱਕ ਫਾਈਨੈਂਸ਼ੀਅਲ ਐਂਗਲ ਵੀ ਐਸਾ ਐਂਗਲ ਹੈ ਜਿਹਦੀ ਵਜ੍ਹਾ ਕਰਕੇ ਸਮਾਜ ਦੇ ਅੰਦਰ ਇਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਈ ਵਾਰ ਜਿਹੜਾ ਜਰਨਲਿਸਟਾਂ ਨੂੰ ਕਰਨਾ ਪੈਂਦਾ ਹੈ। ਔਰ ਥਿੜਕਣਾ ਨਹੀਂ ਚਾਹੀਦਾ। ਕਈ ਜਰਨਲਿਸਟ ਜਿਹੜੇ ਕਿ ਪ੍ਰਸਥਿਤੀਆਂ 'ਤੇ ਡਿਪੈਂਡ ਕਰਦਾ ਹੈ। ਕਈ ਵਾਰ ਲੋਕ ਕਹਿ ਦਿੰਦੇ ਦੇਖੋ ਜੀ
फलाने पत्रकार ने इस तरह करता। मैं कहना ना कि जिस समाज 'ਚ ਇੰਨਾ ਕੁਝ ਵਾਪਰ ਰਿਹਾ ਹੈ, ਚੰਗਾ ਮਾੜਾ ਵਾਪਰ ਰਿਹਾ ਹੈ, ਪੱਤਰਕਾਰ ਵੀ ਉਸੇ ਸਮਾਜ ਦਾ ਹਿੱਸਾ ਹੈ। ਇਸ ਕਰਕੇ ਤੁਸੀਂ ਜਦੋਂ ਜੋ ਕੁਝ ਦਿਓਗੇ ਉਹਦੇ 'ਚ ਉਹ ਜਿਹਾ ਤੁਹਾਡੀ ਰਿਫਲੈਕਸ਼ਨ ਵੀ ਬਾਹਰ ਆਏਗੀ। ਸੋ ਵੱਡਾ ਇਸ਼ੂ ਹੈ ਪੱਤਰਕਾਰ ਨੂੰ ਇਹ ਸਾਰੀਆਂ ਮੁਸ਼ਕਲਾਂ ਦੇ ਝੱਲਦਿਆਂ ਹੋਇਆਂ ਵੀ ਨਵਦੀਪ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਜੇ ਨਿਰਪੱਖਤਾ ਦੇ ਨਾਲ ਕੰਮ ਕਰੇਗਾ, ਆਪਣੀ ਦਿਆਨਤਦਾਰੀ ਦੇ ਨਾਲ ਕੰਮ ਕਰੇਗਾ, ਅਖਲਾਕ ਦੇ ਨਾਲ ਕੰਮ ਕਰੇਗਾ, ਤਾਂ ਇਸ ਪ੍ਰੋਫੈਸ਼ਨ ਦੀ ਰਿਸਪੈਕਟ ਵਰਗਾ ਹੋਰ ਕੋਈ ਪ੍ਰੋਫੈਸ਼ਨ ਵੀ ਨਹੀਂ ਹੈ। ਤੇ ਜੇ ਕੋਈ ਗਿਰਨ ਦੀ ਗੱਲ ਕਰਦਾ ਤਾਂ ਧਾਰਮਿਕ ਖੇਤਰ 'ਚ ਵੀ ਲੋਕ ਡਿੱਗ ਪੈਂਦੇ ਆ, ਪੋਲੀਟਿਕਸ 'ਚ ਵੀ ਡਿੱਗ ਪੈਂਦੇ ਆ। ਸਾਡਾ ਪ੍ਰੋਫੈਸ਼ਨ ਵੀ ਕੋਈ ਅਸਮਾਨ ਤੋਂ ਡਿੱਗਿਆ ਨਹੀਂ, ਇੱਥੇ ਵੀ ਲੋਕ ਡਿੱਗ ਸਕਦੇ ਆ। ਪਰ ਜੇ ਸੱਚਮੁੱਚ ਪ੍ਰੋਫੈਸ਼ਨ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਜਰਨਲਿਜ਼ਮ ਦੀ ਗੱਲ ਕਰਦੇ ਹਾਂ, ਉਹਦੇ 'ਚ ਡਿਗਨਿਟੀ ਵੀ ਹੈ, ਸੈਲਫ ਰਿਸਪੈਕਟ ਵੀ ਹੈ। ਜਿੱਦਾਂ ਮੈਂ ਕਿਹਾ, ਇਹ ਸਹੀ ਗੱਲ ਹੈ ਕਿ ਇੱਕ ਪੱਤਰਕਾਰ ਦੀ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਹਿਲਾ ਕੇ ਰੱਖ ਦਿੰਦੀ ਹੈ। ਜੀ ਜੀ ਬਿਲਕੁਲ। ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਉਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਮਾਨਸਿਕ ਪੱਖੋਂ ਬਿਮਾਰ ਹੋ ਗਿਆ ਹੈ ਮਨੁੱਖ। ਜੀ ਹਾਂ, ਬਿਲਕੁਲ ਪੰਜਾਬ ਦੇ ਵਿੱਚ ਹਾਲਾਤ ਕੁਝ ਅਜਿਹੇ ਨੇ, ਖਬਰਾਂ ਘਟਨਾਵਾਂ ਕੁਝ ਅਜਿਹੀਆਂ ਹਰ ਰੋਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜਿਸ ਦੇ ਲਈ ਅਸੀਂ ਸੋਚਣ ਦੇ ਲਈ ਮਜਬੂਰ ਹੋ ਗਏ ਕਿ ਆਖਿਰਕਾਰ ਮਨੁੱਖ ਦੀ ਮਾਨਸਿਕਤਾ ਕਿੱਧਰ ਵੱਲ ਨੂੰ ਜਾ ਰਹੀ ਹੈ। ਪਿਛਲੇ ਹਫਤੇ ਦੇ ਦੌਰਾਨ ਟੈਲੀਵਿਜ਼ਨ ਦਾ, ਅਖਬਾਰਾਂ ਦਾ ਹਿੱਸਾ ਬਣੀ ਸੀ ਖਬਰ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਲੀ ਸੀ ਕਿ ਇੱਕ ਕੁੜੀ ਰਾਤ ਭਰ ਘਰ ਤੋਂ ਬਾਹਰ ਰਹਿੰਦੀ ਹੈ, ਫਿਰ ਉਸ ਘਰ ਵਾਪਸ ਆਉਂਦੀ ਹੈ, ਉਸਦੇ ਪਿਤਾ ਵੱਲੋਂ ਉਸਨੂੰ ਮਾਰ ਦਿੱਤਾ ਜਾਂਦਾ ਹੈ, ਫਿਰ ਮੋਟਰਸਾਈਕਲ ਦੇ ਮਗਰ ਬੰਨ੍ਹ ਕੇ ਉਸਨੂੰ ਪੂਰੇ ਪਿੰਡ ਵਿੱਚੋਂ ਦੀ ਘਮਾਇਆ ਜਾਂਦਾ ਤੇ ਇਸ ਤੇ ਉਹ ਬੜਾ ਫਖਰ ਮਹਿਸੂਸ ਕਰਦੇ ਨੇ ਕਿ ਮੈਂ ਜਿਹੜੇ ਬਾਕੀ ਕੁੜੀਆਂ ਨੇ ਉਹਨਾਂ ਨੂੰ ਇਹ ਗੱਲ ਦੀ ਨਸੀਹਤ ਦਿੱਤੀ ਹੈ। ਉਸ ਤੋਂ ਬਾਅਦ ਥੋੜੇ ਹੀ ਦਿਨਾਂ ਬਾਅਦ ਇੱਕ ਹੋਰ ਖਬਰ ਆਉਂਦੀ ਹੈ ਕਿ ਇੱਕ ਬਾਪ ਨੇ ਹੀ ਆਪਣੇ ਬੱਚੇ ਨੂੰ ਮਾਰ ਦਿੱਤਾ, ਉਸਦਾ ਕਤਲ ਕਰ ਦਿੱਤਾ। ਤੇ ਹੁਣ ਜਿਹੜੀ ਤਾਜ਼ੀ ਘਟਨਾ ਹੋਈ ਹੈ ਕਿ ਰੋਪੜ ਦੇ ਵਿੱਚ 16 ਸਾਲ ਦੀ ਲੜਕੀ ਦੇ ਨਾਲ ਗੈਂਗ ਰੇਪ ਹੋਇਆ। ਉਸ ਤੋਂ ਬਾਅਦ ਜਦੋਂ ਘਰਦਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਦੇ ਬਾਪ ਨੇ ਉਸ ਨਾਲ ਹੀ ਕੁੱਟਮਾਰ ਕੀਤੀ, ਉਸ ਨੂੰ ਕਿਹਾ ਕਿ ਗਲਤੀ ਸ਼ਾਇਦ ਤੇਰੀ ਹੀ ਹੋਵੇਗੀ। ਪਹਿਲਾਂ ਉਸ ਨੂੰ ਉਹਦਾ ਜਬਰ ਜਨਾਹ ਹੋਇਆ, ਉੱਥੇ ਪੀੜਾ ਚੱਲੀ। ਉਸ ਤੋਂ ਬਾਅਦ ਘਰਦਿਆਂ ਦੇ ਉਸ ਦੀ ਨਾ ਸੁਣੀ, ਜਿਸ ਦਾ ਦੁੱਖ ਨਾ ਚੱਲਦੀ ਹੋਈ ਉਸ ਬੱਚੀ ਨੇ ਆਪਣੇ ਆਪ ਨੂੰ ਹੀ ਖਤਮ ਕਰ ਲਿਆ, ਉਸਨੇ ਆਤਮ ਹੱਤਿਆ ਕਰ ਲਈ। ਇਹੋ ਜਿਹੀਆਂ ਰੂਹ ਕੰਬਾਊ ਘਟਨਾਵਾਂ ਨੂੰ ਸੁਣ ਕੇ, ਵੇਖ ਕੇ, ਪੜ੍ਹ ਕੇ ਬੜਾ ਹੀ ਕਲੇਜਾ ਜਿਹੜਾ ਉਹ ਭਰ ਆਉਂਦਾ ਹੈ ਕਿ ਕੀ ਹੋ ਗਿਆ ਲੋਕਾਂ ਨੂੰ, ਕੀ ਹੋ ਗਿਆ ਮਾਪਿਆਂ ਨੂੰ। ਆਖਿਰਕਾਰ ਉਹ ਅਜਿਹੇ ਮਸਲਿਆਂ ਤੇ ਬੈਠ ਕੇ ਵਿਚਾਰਦੇ ਕਿਉਂ ਨਹੀਂ ਕਿ ਜਿੱਥੇ ਪੁਲਿਸ ਕੋਲ ਜਾਣਾ ਚਾਹੀਦਾ ਸੀ, ਕੰਪਲੇਂਟ ਕਰਨੀ ਚਾਹੀਦੀ ਸੀ, ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਸੀ, ਉੱਥੇ ਤੁਸੀਂ ਆਪਣੀਆਂ ਬੱਚੀਆਂ ਨੂੰ ਆਪ ਹੀ ਮੌਤ ਦੇ ਘਾਟ ਉਤਾਰ ਰਹੇ ਹੋ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਜੋ ਤੁਸੀਂ ਇਸ਼ੂ ਦੀ ਗੱਲ ਕੀਤੀ ਹੈ, ਦੇਖੋ ਬਹੁਤ ਹੀ ਸਮਾਜ ਦੀ ਪੀੜਾ ਵਾਲਾ, ਮੈਂ ਕਹੂੰਗਾ ਕਿ ਬਹੁਤ ਹੀ ਹਿਰਦੇ ਵਿਲੁੰਦਰ ਵਾਲਾ ਮਾਮਲਾ ਹੈਗਾ ਇਹ, ਕਿ ਕਿਸ ਕਦਰ ਜਿਹੜਾ ਹੈਗਾ ਇਸ ਸਿਸਟਮ ਦੇ ਅੰਦਰ, ਸਾਡੇ ਸਮਾਜ ਦੇ ਅੰਦਰ। ਆਪਾਂ ਦੇਖੋ ਅੱਗੇ ਵੀ ਕਈ ਵਾਰੀ ਇਹਨਾਂ ਮੁੱਦਿਆਂ ਤੇ ਗੱਲ ਕਰਦੇ ਹਾਂ ਜਦੋਂ, ਪਰ ਜੋ ਹੁਣ ਤੁਸੀਂ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ, ਇਹ ਗੱਲ ਬੜੀ ਸਾਫ਼ ਹੈ ਕਿ ਸਮਾਜ ਦੀ ਉਹ ਪੀੜਾ ਦਾ ਬਹੁਤ ਹੀ ਘਿਨਾਉਣਾ ਪਹਿਲੂ ਹੈ ਨਵਦੀਪ, ਜਿਸ ਪਹਿਲੂ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਇਸ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਬਾਪ ਜੇ ਇੱਕ ਕੁੜੀ ਦੀ ਕਿੰਨੀ ਗਲਤੀ ਸੀ ਕਿ ਨਹੀਂ ਘਰੋਂ ਬਾਹਰ ਗਈ ਰਹੀ, ਜੋ ਜਿਹੜਾ ਹੈਗਾ ਇੱਕ ਦਿਨ ਲਈ ਨਹੀਂ ਘਰ ਵਾਪਸ ਆਈ, ਇੱਕ ਵੱਖਰਾ ਮਾਮਲਾ ਹੈਗਾ। ਪਰ ਕੀ ਇਹ ਗੱਲ ਇਜਾਜ਼ਤ ਦਿੰਦੀ ਹੈ ਕਿ ਵੀ ਉਹ ਕੁੜੀ ਘਰ ਵਾਪਸ ਆਵੇ? ਤਾਂ ਬਾਪ ਉਹਨੂੰ ਇਸ ਕਦਰ ਜਿਹੜਾ ਹੈਗਾ, ਮਤਲਬ ਹੋਰ ਨਹੀਂ ਕੋਈ ਬਾਪ ਜਿਹੜਾ ਜਿਹਦੀ ਆਪਾਂ ਕਿੰਨੇ ਨਵਦੀਪ, ਕਿੰਨੇ ਲੋਕ ਗੀਤ ਹੈ, ਕਿੰਨਾ ਕੁਝ ਹੈ ਕਿ ਆਪਾਂ ਕਹਿੰਦੇ ਹਾਂ ਬਾਪ ਦੀ ਪੱਗ ਦੀ ਦਾਗ ਦੀ ਗੱਲ ਕਰਦੇ ਹਾਂ ਤੇ ਬਾਪ ਕਹਿੰਦਾ ਕਿ ਧੀ ਦੀ ਇੱਜ਼ਤ, ਤੇ ਉਹੀ ਬਾਪ ਮੋਟਰਸਾਈਕਲ ਦੇ ਪਿੱਛੇ ਜਿਹੜਾ ਹੈਗਾ ਉਹ ਕੁੜੀ ਦੀ ਲਾਸ਼ ਨੂੰ ਬੰਨ੍ਹ ਕੇ ਗਲੀਆਂ 'ਚ ਘਸੀੜਦਾ ਫਿਰੇ। ਮੈਂ ਕਹਿੰਦਾ ਕਿ ਇਸ ਤੋਂ ਵੱਡੀ ਦਰਿੰਦਗੀ, ਇਸ ਤੋਂ ਵੱਡਾ ਪਾਗਲਪਨ ਜਿਹੜਾ ਹੈਗਾ ਨਵਦੀਪ ਹੋ ਨਹੀਂ ਸਕਦਾ। ਸਾਡੇ ਸਮਾਜ ਦਾ ਅਤੀ ਘਿਨਾਉਣਾ ਪਹਿਲੂ ਕਿ ਤੁਸੀਂ ਕੁੜੀਆਂ ਨੂੰ ਇਸ ਕਦਰ ਜਿਹੜਾ ਹੈਗਾ, ਇਹ ਤਾਂ ਅਸੀਂ ਇੱਥੇ ਬੜਾ ਕਈ ਇਹਨਾਂ ਪੋਲੀਟੀਸ਼ੀਅਨਾਂ ਦੀਆਂ ਸਟੇਟਸਮੈਨ ਪੜ੍ਹਦੇ ਹਾਂ, ਦੇਖਦੇ ਹਾਂ ਕਿ ਇੱਥੇ ਜੀ ਅਫਗਾਨਿਸਤਾਨ ਨਹੀਂ ਬਣ ਦਿਆਂਗੇ, ਜੋ ਕੁਝ ਕਰਤੂਤ ਜੋ ਕੀਤੀ ਗਈ ਹੈ ਇਹ ਅਫਗਾਨਿਸਤਾਨ ਨਾਲੋਂ ਘੱਟ ਹੈ। ਅਜੇ ਵੀ ਸਾਡੇ ਸਮਾਜ 'ਚ ਨਵਦੀਪ ਇਹੋ ਜਿਹੇ ਲੋਕ ਹੈ, ਜਦੋਂ ਫਿਰ ਅੱਜ ਕੱਲ੍ਹ ਤਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਦੋਂ ਉਹਦੇ ਬਾਰੇ ਪੋਸਟ ਸੋਸ਼ਲ ਮੀਡੀਆ 'ਚ ਪਾਈ ਗਈ ਤਾਂ ਕਈਆਂ ਨੇ ਅੰਗੂਠੇ ਦਿਖਾਏ, ਕਈਆਂ ਨੇ ਕਿਹਾ ਵੈਰੀ ਗੁੱਡ, ਬਹੁਤ ਚੰਗਾ ਕੀਤਾ। ਜਾਣੀ ਕਿੱਡੀ ਸ਼ਰਮਨਾਕ ਗੱਲ ਹੈ, ਇੱਕ ਕੁੜੀ ਨੂੰ ਗਲੀਆਂ 'ਚ ਬਾਪ ਮੋਟਰਸਾਈਕਲ ਤੇ ਘਸੀਟ ਰਿਹਾ ਹੈ ਔਰ
ਉਹਦਾ ਇੱਕ ਤਰ੍ਹਾਂ ਦਾ ਜਨਾਜ਼ਾ ਜਿਹੜਾ ਗਲੀਆਂ ਜਿਹੜੀ ਪਤਾ ਨਹੀਂ ਉਹ ਛੋਟੀ ਹੁੰਦੀ ਉਹਨੇ ਕਿੱਦਾਂ ਵੱਡੀ ਕੀਤੀ ਹੋਏਗੀ, ਪਾਲੀ ਹੋਏਗੀ, ਔਰ ਕਿਸ ਕਦਰ ਜਿਹੜਾ ਹੈਗਾ ਉਹ ਦਰਿੰਦਗੀ ਦੇ ਨਾਲ ਕੁੜੀ ਦੇ ਨਾਲ ਉਹਦੀ ਲਾਸ਼ ਨਾਲ ਵਤੀਰਾ ਕੀਤਾ ਜਾ ਰਿਹਾ। ਸਾਡੇ ਸਮਾਜ ਦਾ ਅਤੀ ਘਿਨਾਉਣਾ, ਅਤੀ ਜਿਹੜਾ ਹੈਗਾ ਬਲੈਕ ਕਾਲਾ ਜਿਹੜਾ ਹੈਗਾ ਪਹਿਲੂ ਨਜ਼ਰੀਆ ਹੈਗਾ ਕਿ ਤੁਸੀਂ ਕੁੜੀਆਂ ਨੂੰ ਇਸ ਕਦਰ ਬਿਹੇਵ ਕਰਦੇ ਹੋ। ਨਵਦੀਪ, ਅਸੀਂ ਕਹਿੰਦੇ ਹਾਂ ਕਿ ਵੀ ਲੜਕਿਆਂ ਦਾ ਵੀ ਅਧਿਕਾਰ ਹੈ, ਮੈਂ ਇਹ ਨਹੀਂ ਕਹਿੰਦਾ ਕਿ ਲੜਕਿਆਂ ਦਾ ਅਧਿਕਾਰ ਘੱਟ ਹੈ, ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਲੜਕਿਆਂ ਦਾ ਵੀ ਇਸ਼ੂ ਨਹੀਂ ਹੈ। ਇਸ਼ੂ ਤਾਂ ਇਹ ਹੈਗਾ ਕਿ ਜੇ ਕੋਈ ਲੜਕਾ ਗਲਤੀ ਕਰਦੇ ਜਾਂ ਹੋਰ ਕਰਦੇ ਤਾਂ ਸਾਡੇ ਸਮਾਜ ਪਰਿਵਾਰਾਂ ਕੋਈ ਨਹੀਂ, ਮੁੰਡਾ ਹੈ ਸੁਧਰ ਜਾਏਗਾ, ਕੋਈ ਗੱਲ ਨਹੀਂ, ਸਮਝਾ ਦਿਆਂਗੇ, ਕਹਿ ਦਿਆਂਗੇ ਜਾਨੀ ਜਿਹੜੀ ਹੈਗੀ ਆ। ਤੇ ਜੇ ਕੁੜੀ ਨੇ ਕੋਈ ਗਲਤੀ ਕੀਤੀ ਕਿ ਨਹੀਂ ਕੀਤੀ ਇਹ ਆਪਾਂ ਨਹੀਂ ਕਹਿ ਸਕਦੇ, ਪਰ ਇਹ ਹੈ ਕਿ ਤੁਸੀਂ ਉਸ ਨੂੰ ਮਤਲਬ ਇਸ ਤਰ੍ਹਾਂ ਮੋਟਰਸਾਈਕਲ ਦੇ ਪਿੱਛੇ ਪਾ ਕੇ ਘੁਮਾਉਂਦੇ ਹੋ। ਇੱਕ ਵੈਸੇ ਵੀ ਨਵਦੀਪ ਇਹ ਵੀ ਸਾਡੇ ਲਈ ਪਤਾ ਨਹੀਂ ਹੁਣ ਸਿਸਟਮ ਜਿਹੜਾ ਸਮਾਜ ਦੇ ਅੰਦਰ ਕਿਸ ਤਰ੍ਹਾਂ ਦੀ ਬੇਚੈਨੀ ਹੈ ਜਾਂ ਕਦਰਾਂ ਕੀਮਤਾਂ ਕਿਸ ਕਦਰ ਬਦਲ ਗਈਆਂ। ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਨਵਦੀਪ, ਤਾਂ ਲਗਾਤਾਰ ਕੁਝ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਇੱਦਾਂ ਹੀ ਇੱਕ ਬਾਪ ਜਿਹੜਾ ਹੈਗਾ ਉਹਨੇ ਆਪਣੇ ਛੋਟੇ ਜਿਹੇ 3-4 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰਤਾ। ਹੁਣ ਜੋ ਮੀਡੀਆ 'ਚ ਆਉਂਦਾ ਹੈ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ ਸੀ, ਮੈਂ ਕਹਿੰਦਾ ਸੀ ਜਿਵੇਂ ਮੈਂ ਦਿਹਾੜੀ ਕਰਦਾ ਕੱਲ੍ਹ ਨੂੰ ਇਹ ਦਿਹਾੜੀ ਕਰਦਾ ਹੋਏਗਾ, ਅਤੇ ਇਸ ਕਰਕੇ ਮੈਂ ਕਿ ਮੇਰੇ ਦਿਮਾਗ 'ਤੇ ਇੱਦਾਂ ਦਾ ਭੂਤ ਸਵਾਰ ਹੋ ਗਿਆ, ਮੈਂ ਕਿਹਾ ਘੱਟੋ ਘੱਟ ਇਹਨੂੰ ਮੈਂ ਖਤਮ ਹੀ ਕਰਦਾ, ਮੇਰੇ ਵਾਂਗ ਇਹ ਨਾ ਰੁਲਦਾ ਫਿਰੇ। ਇਹ ਬਾਅਦ 'ਚ ਘੜੀਆਂ ਘੜਾਈਆਂ ਗੱਲਾਂ ਹੈਗੀਆਂ ਨਵਦੀਪ, ਕੀ ਵਜ੍ਹਾ ਸੀ ਕੀ ਨਹੀਂ ਵਜ੍ਹਾ ਸੀ, ਪਰ ਇੱਕ ਗੱਲ ਤਾਂ ਹੈ ਹੀ ਹੈ ਕਿ ਇੱਕ ਬਾਪ ਵੱਲੋਂ ਹੀ ਆਪਣੇ ਬੱਚੇ ਨੂੰ, ਮੈਂ ਕਹਿੰਦਾ ਕਿ ਤੁਸੀਂ ਕਿਹੋ ਜਿਹਾ ਬਾਪ ਹੋਏਗਾ ਨਵਦੀਪ, ਹੈ ਨਾ, ਤੁਸੀਂ ਵੀ ਇੱਕ ਬੱਚੇ ਦੀ ਮਾਂ ਹੋ, ਇੱਕ ਸੂਈ ਵੀ ਬੱਚੇ ਦੇ ਚੁਵੇ, ਹੈ ਨਾ, ਅਤੇ ਮਾਂ ਬਰਦਾਸ਼ਤ ਨਹੀਂ ਕਰ ਸਕਦੀ, ਉਸ ਪੀੜ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜਿਹੜੀ ਹੈਗੀ ਹੈ। ਅਤੇ ਆਪਣੇ ਹੱਥਾਂ ਦੇ ਨਾਲ ਤੁਸੀਂ ਕਿਸੇ ਦਾ ਗਲ ਘੁੱਟੋ, ਆਪਣੇ ਬੱਚੇ ਦਾ ਗਲ ਘੁੱਟੋ, ਆਪਣੇ ਜਿਹਨੂੰ ਕਹਿੰਦੇ ਕੋਈ ਜਿਗਰ ਦਾ ਟੋਟਾ ਕਹਿੰਦਾ, ਕੋਈ ਜਿਗਰ ਦੀਆਂ ਆਂਦਰਾਂ ਕਹਿੰਦਾ, ਤਰ੍ਹਾਂ ਤਰ੍ਹਾਂ ਦੇ ਸ਼ਬਦ ਉਹਦੇ ਇਮੋਸ਼ਨ ਉਹਦੇ ਲਈ ਵਰਤੇ ਜਾਂਦੇ ਹੈ। ਤਾਂ ਸੋਸਾਇਟੀ 'ਚ ਕਿਸ ਕਦਰ ਤਬਦੀਲੀ ਆ ਗਈ ਹੈ, ਇਹ ਬਹੁਤ ਵੱਡੀ ਗੱਲ। ਹੁਣ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਹੈ, ਜੇ ਉਸ ਕੁੜੀ ਦੇ ਨਾਲ ਕਿਸੇ ਨੇ ਦਰਿੰਦਗੀ ਕੀਤੀ ਹੈ, ਉਹਦੇ ਨਾਲ ਰੇਪ ਕੀਤਾ ਹੈ, ਜ਼ਬਰਦਸਤੀ ਕੀਤੀ ਗਈ ਹੈ, ਬਹੁਤ ਹੀ ਮੰਦਭਾਗੀ ਗੱਲ ਹੈ। ਸਾਡੇ ਕੋਲ ਸਿਸਟਮ ਹੈ, ਕਾਨੂੰਨ ਹੈ, ਮਾਂ ਪਿਓ ਨੂੰ ਤਾਂ ਲੜਾਈ ਲੜਨੀ ਚਾਹੀਦੀ ਹੈ ਕਿ ਕਿਉਂ, ਗੱਲ ਇੱਕ ਕੁੜੀ ਦੀ ਥੋੜ੍ਹੀ ਹੈ। ਇੱਕ ਬੜਾ ਇਸ ਗੱਲ ਦਾ ਜਿੱਦਾਂ ਦਾ ਇੱਕ ਨਾ ਅਜੀਬ ਕਿਸਮ ਦਾ ਵਰਤਾਰਾ, ਹੁਣ ਜੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਕੁੜੀ ਨੂੰ ਕੁੱਟਿਆ ਮਾਰਿਆ ਜਿਹੜਾ ਹੈਗਾ, ਕੁੱਟ ਕੇ ਜਿਹੜਾ ਹੈਗਾ ਉਹਦਾ ਇਸ ਤਰ੍ਹਾਂ ਦੀ ਸਥਿਤੀ 'ਚ ਲਿਆਂਦਾ ਉਹਨੂੰ। ਅਜੇ ਵੀ ਕਈ ਪਰਿਵਾਰ ਇਹੋ ਜਿਹੇ ਹੋਣਗੇ ਕਿ ਹਾਂ ਕੁੜੀ ਨੇ ਗਲਤ ਗੱਲ ਕੀਤੀ ਹੋਏਗੀ, ਇੱਦਾਂ ਹੀ ਜੇ ਬੱਚਿਆਂ ਨੂੰ ਸਜ਼ਾ ਮਿਲੇ ਤਾਂ ਫਿਰ ਬੱਚੇ ਅੱਗੇ ਤੋਂ ਇਹੋ ਜਿਹੇ ਕੰਮ ਕਰਨੋਂ ਹਟ ਜਾਣ। ਸੋ ਇੱਕ ਬਹੁਤ ਇੱਕ ਨਾ ਪੱਖੀ ਅਪਰੋਚ ਜਿਹੜੀ ਪਹੁੰਚ ਹੈਗੀ ਹੈ, ਬਹੁਤ ਸਮਾਜ ਨੂੰ ਸਿਸਟਮ ਨੂੰ ਹਿਲਾ ਦੇਣ ਵਾਲੀ ਗੱਲ ਹੈ। ਜਦੋਂ ਆਪਾਂ ਵੱਡੀਆਂ ਵੱਡੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ, ਆਪਾਂ ਦੇਖੋ ਕਈ ਵਾਰੀ ਆਪਾਂ ਨਵਦੀਪ ਗੱਲ ਕੀਤੀ ਆ ਮਨੀਪੁਰ ਦੀ, ਹੈ ਨਾ, ਉੱਥੇ ਕੁੜੀਆਂ ਨੂੰ ਕਿਸ ਤਰ੍ਹਾਂ ਨਗਨ ਘੁਮਾਇਆ ਗਿਆ, ਕਿਸ ਤਰ੍ਹਾਂ ਉਹਨਾਂ ਦੇ ਰੇਪ ਕੀਤੇ ਗਏ, ਕਿਸ ਤਰ੍ਹਾਂ ਦੇਸ਼ ਹਿੱਲ ਗਿਆ ਉਹਦੇ ਨਾਲ, ਵੱਡੀ ਪੱਧਰ 'ਤੇ ਉਹਨਾਂ ਦੇ ਖਿਲਾਫ ਬੋਲਿਆ ਜਾ ਰਿਹਾ। ਅਤੇ ਕੁੜੀ ਤਾਂ ਚਾਹੇ ਮਨੀਪੁਰ ਦੀ ਹੋਵੇ ਚਾਹੇ ਪੰਜਾਬ ਦੇ ਕਿਸੇ ਘਰ ਦੀ ਕੁੜੀ ਹੋਵੇ, ਕੁੜੀ ਤਾਂ ਕੁੜੀ ਹੈ ਨਾ, ਮਨੀਪੁਰ ਅਤੇ ਪੰਜਾਬ ਦੀ ਕੁੜੀ 'ਚ ਤਾਂ ਕੋਈ ਫਰਕ ਨਹੀਂ ਹੈ। ਫਿਰ ਵਤੀਰੇ 'ਚ ਫਰਕ ਕਿਉਂ ਹੈ? ਜੇ ਜਿਨ੍ਹਾਂ ਦੇ ਲੋਕਾਂ ਦੇ ਭੂਤ ਸਵਾਰ ਹੈ, ਦਰਿੰਦਗੀ ਹੈ, ਇੱਕ ਗਰੋਹ ਹੈ, ਵਾਇਲੈਂਸ ਦੇ ਉੱਤੇ ਵੀ ਅੱਗਾਂ ਲਾ ਰਿਹਾ, ਉਹ ਕਰ ਰਿਹਾ ਹੈ, ਅਤੇ ਇੱਕ ਉਹ ਲੋਕ ਹੈ ਜਿਹੜੇ ਉਸੇ ਸਮਾਜ ਦੇ ਰਹਿਣ ਵਾਲੇ ਹੈ, ਕੋਈ ਆਂਢੀ ਹੈ, ਗੁਆਂਢੀ ਹੈ, ਕੋਈ ਨੇੜੇ ਦੇ ਪਿੰਡ ਦਾ ਰਹਿਣ ਵਾਲਾ ਹੋਏਗਾ, ਔਰ ਉਹ ਇਹੋ ਜਿਹਾ ਵਰਤਾਰਾ ਕਰਨਾ, ਤਾਂ ਇਸ ਤੋਂ ਇਹ ਤਾਂ ਉਹਨਾਂ ਨਾਲੋਂ ਵੀ ਮਨੀਪੁਰ ਨਾਲੋਂ ਵੀ ਜ਼ਿਆਦਾ ਖਤਰਨਾਕ ਨੈਗੇਟਿਵ ਰੁਝਾਨ ਹੈਗਾ। ਔਰ ਸੋਸਾਇਟੀ ਦਾ ਸਿਸਟਮ ਦੇਖੋ ਨਵਦੀਪ, ਮੈਂ ਕਿੱਦਾਂ ਜਿਹੜਾ ਹੈਗਾ ਇੱਕ ਹਿਲਾ ਦੇਣ ਵਾਲੀ ਸਥਿਤੀ। ਹੁਣ ਕੱਲ੍ਹ ਇੱਕ ਹੋਰ ਤਸਵੀਰ ਦਾ ਪਹਿਲੂ ਜੀ, ਕੱਲ੍ਹ ਮੀਡੀਆ 'ਚ ਇੱਕ ਬਹੁਤ ਇੱਦਾਂ ਦੀ ਜਿਹੜੀ ਕਿ ਬੜੀ ਹਿਰਦੇ ਵਿਲੁੰਦਰਨ ਵਾਲੀ ਘਟਨਾ ਦਾ ਜ਼ਿਕਰ ਹੋ ਰਿਹਾ ਸੀ ਕਿ ਇੱਕ ਮਾਂ ਨੇ ਆਪਣੇ ਬੱਚੇ ਨੂੰ ਸਕੂਲ ਪੜ੍ਹਨ ਬਾਰੇ ਭੇਜਤਾ ਕਿ ਤੂੰ ਜਾ, ਸਕੂਲ ਜਾਣਾ ਚਾਹੀਦਾ ਤੈਨੂੰ, ਆਪ ਵਿਚਾਰੀ ਘਰ ਦਾ ਕੰਮਕਾਰ ਕਰਨ ਲੱਗੀ ਹੋਣੀ ਹੈ, ਜਿਸ ਤਰ੍ਹਾਂ ਘਰਾਂ 'ਚ ਔਰਤਾਂ ਦਾ ਕੰਮਕਾਜ ਦਾ ਹੁੰਦਾ ਹੀ ਹੈ। ਅਤੇ ਉਹ ਆਈ ਥਿੰਕ ਕਿ ਮਸਾਂ 8ਵੀਂ 10ਵੀਂ ਕਲਾਸ ਦਾ ਬੱਚਾ ਹੋਏਗਾ, 10-12 ਸਾਲ ਦਾ ਬੱਚਾ ਹੋਏਗਾ, ਜਿਹੜਾ ਹੈਗਾ 13 ਸਾਲ ਦਾ ਹੋਏਗਾ, ਅਤੇ ਉਹ ਮਾਂ ਦੇ ਨਾਲ ਲੜ ਕੇ ਹੀ ਜਿਹੜਾ ਹੈਗਾ ਗਿਆ ਅਤੇ ਸਿੱਧਾ ਜਾ ਕੇ ਨਹਿਰ 'ਚ ਛਾਲ ਮਾਰਤੀ ਅਤੇ ਸੁਈਸਾਈਡ ਕਰ ਗਿਆ। ਉਹ ਮਾਂ ਵਿਚਾਰੀ ਬਾਅਦ 'ਚ ਰੋਂਦੀ ਹੈ, ਕਰਲਾਉਂਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਮਾਰ ਬੈਠੀ, ਕੀ ਕਸੂਰ ਸੀ ਉਹਦਾ? ਉਹਨੇ ਇਹੀ ਕਿਹਾ ਨਾ
ਕਿ ਤੈਨੂੰ ਸਕੂਲ ਜਾਣਾ ਚਾਹੀਦਾ ਹੈ। ਸੋ ਇਹ ਦੋਨੇ ਪਹਿਲੂ ਹੈ। ਇੱਕ ਪਹਿਲੂ ਤਾਂ ਉਹ ਹੈ ਕਿ ਇੱਕ ਬਾਪ ਜਿਹੜਾ ਹੈਗਾ ਉਹ ਇੱਕ ਕੁੜੀ ਨੂੰ ਉਹਦੀ ਕੁੜੀ ਦੀ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਘਸੀਟ ਰਿਹਾ। ਇਸ ਤੋਂ ਘਿਨਾਉਣਾ ਵਰਤਾਰਾ ਕੋਈ ਹੋ ਨਹੀਂ ਸਕਦਾ, ਪਾਗਲਪਣ। ਇੱਕ ਪਹਿਲੂ ਉਹ ਹੈ, ਇੱਕ ਛੋਟਾ ਜਿਹਾ ਸਕੂਲ ਜਾਣ ਵਾਲਾ ਬੱਚਾ, ਉਹਦੀ ਮਾਂ ਕਹਿੰਦੀ ਹੈ ਕਿ ਤੈਨੂੰ ਸਕੂਲ ਜਾਣਾ ਚਾਹੀਦਾ, ਲੜਕੇ ਵਰਦੀ ਪਾ ਕੇ ਘਰੋਂ ਕਿਤਾਬਾਂ ਲੈ ਕੇ ਚਲਿਆ ਗਿਆ ਤੇ ਜਾ ਕੇ ਨਹਿਰ 'ਚ ਛਾਲ ਮਾਰਤੀ। ਕਿਤੇ ਸਾਡੇ ਸਿਸਟਮ ਦੇ ਅੰਦਰ, ਸਾਡੇ ਸਮਾਜ ਦੇ ਅੰਦਰ ਬੇਚੈਨੀ, ਜਾਂ ਮੈਂ ਕਹਾਂਗਾ ਕਿ ਇੱਕ ਜਿਹੜੀ ਪਹੁੰਚ ਹੈਗੀ ਹੈ ਪਰਿਵਾਰਾਂ ਦੇ ਅੰਦਰ, ਇੱਕ ਡਾਇਲਾਗ ਹੈਗਾ ਜਿਹੜਾ ਹੈਗਾ, ਕਿਧਰੇ ਨਾ ਕਿਧਰੇ ਕੋਈ ਖਲਾਅ ਜ਼ਰੂਰ ਹੈ ਇਸ ਸੁਸਾਇਟੀ ਦੇ ਅੰਦਰ, ਜਿਹੜਾ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ। ਔਰ ਇਹਦੇ ਤੋਂ ਮਾੜੀਆਂ ਗੱਲਾਂ ਕੋਈ ਹੋ ਨਹੀਂ ਸਕਦੀਆਂ। ਔਰ ਚਿੱਟੇ ਤੌਰ 'ਤੇ ਉਹ ਗੱਲਾਂ ਦਾ ਜਦੋਂ ਜ਼ਿਕਰ ਆਪਾਂ ਕਰਦੇ ਹਾਂ ਕਿ ਕੁੜੀਆਂ ਨੂੰ ਕਿਸ ਕਦਰ ਮਾਰਿਆ ਜਾਂਦਾ ਹੈ, ਕੁੜੀਆਂ ਦੀ ਕਿਸ ਕਦਰ ਬੇਪਤੀ ਕੀਤੀ ਜਾਂਦੀ ਹੈ, ਕੋਈ ਵੀ ਕਰੇ ਉਹ ਤਾਂ ਹੈ ਹੀ ਹੈ। ਕਹਿੰਦੇ ਜੇ ਪਿਓ ਕਰੇ ਤਾਂ ਫਿਰ ਇਸ ਤੋਂ ਮਾੜੀ ਗੱਲ ਤਾਂ ਕੋਈ ਹੋਰ ਨਵਦੀਪ ਹੋ ਨਹੀਂ ਸਕਦੀ। ਜੀ ਬਿਲਕੁਲ। ਤੇ ਸਮਾਂ ਸਾਡੇ ਕੋਲ ਸਿਰਫ 2 ਮਿੰਟ ਦਾ ਬਾਕੀ ਬਚਿਆ। ਇਸ ਦੇ ਵਿੱਚ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਅਸੀਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਹਾਂ। ਅਸੀਂ ਕਹਿੰਦੇ ਕਿ ਬੱਚਿਆਂ ਨੂੰ ਸਾਡੇ ਨੂੰ ਹਰ ਤਰ੍ਹਾਂ ਦੀ ਸਿੱਖਿਆ ਦੇਈਏ, ਇਸ ਨੂੰ ਹਰ ਗੱਲ ਦਾ ਪਤਾ ਹੋਣਾ ਚਾਹੀਦਾ। ਤਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਸਿਖਾਉਂਦੇ, ਬੱਚਿਆਂ ਨੂੰ ਸਿੱਖਿਆ ਦਿੰਦੇ ਮਾਪੇ ਇਹ ਭੁੱਲ ਗਏ ਨੇ ਕਿ ਉਹਨਾਂ ਦੀਆਂ ਕਦਰਾਂ ਕੀਮਤਾਂ ਕੀ ਨੇ। ਮਾਪੇ ਇਹ ਭੁੱਲ ਗਏ ਨੇ ਕਿ ਅਸੀਂ ਆਪਣੇ ਬੱਚੇ ਨਾਲ ਜੋ ਬਿਹੇਵ ਕਰ ਰਹੇ ਹਾਂ ਕੀ ਉਹ ਸਹੀ ਹੈ। ਸਿੱਧੂ ਸਾਹਿਬ 2 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਨਵਦੀਪ, ਇੱਕ ਤਾਂ ਜਿਹੜਾ ਸਾਡਾ ਸੁਸਾਇਟੀ ਦਾ ਕੰਪੀਟੀਸ਼ਨ ਦੀ ਜਦੋਂ ਗੱਲ ਕਰਦੇ ਹਾਂ ਨਾ, ਕਈ ਪਹਿਲੂ ਆ ਬੱਚੇ ਦੀ ਪਰਸਨੈਲਿਟੀ ਦੀ। ਜਦੋਂ ਆਪਾਂ ਉਹਦੀ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤੇ ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਜੇ ਆਪਾਂ ਸਭ ਤੋਂ ਵੱਡੀ ਗੱਲ ਕਰੀਏ ਤਾਂ ਇੱਕ ਹੁੰਦਾ ਐਜੂਕੇਸ਼ਨ ਦੇ ਨਾਲ ਜੁੜਿਆ ਵਾ ਜਿਹੜਾ ਪ੍ਰੈਸ਼ਰ ਹੁੰਦਾ ਕਿ ਕੰਪੀਟੀਸ਼ਨ ਇੰਨਾ ਹੈ। ਜਿੱਦਾਂ ਆਪਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਜੇ 100 ਨੰਬਰ ਆ ਤਾਂ 100 ਚੋਂ ਜਿਹੜੇ ਮਾਂ ਪਿਓ ਕਹਿੰਦੇ ਕਿ ਤੇਰੇ 99 ਆਉਣੇ ਚਾਹੀਦੇ ਆ। ਜੇ ਦੂਜੇ ਦੇ 99 ਆ ਗਏ, ਤੇਰੇ 70 ਰਹਿ ਗਏ, 80 ਰਹਿ ਗਏ ਤਾਂ ਕਿਉਂ ਰਹਿ ਗਏ? ਇੱਕ ਤਾਂ ਇਸ ਕਿਸਮ ਦਾ ਪ੍ਰੈਸ਼ਰ ਹੈ ਜਿਹੜਾ ਬੱਚਿਆਂ ਨੂੰ ਗਲਤ ਪਾਸੇ ਵੱਲ ਨੂੰ ਲੈ ਕੇ ਜਾਂਦਾ ਹੈ। ਯਾਨੀ ਬੱਚੇ ਦੀ ਪਰਸਨੈਲਿਟੀ ਦੇ ਬਹੁਤ ਸਾਰੇ ਪਹਿਲੂ ਹੈ ਸਮਾਜ ਦੇ ਅੰਦਰ। ਕੇਵਲ ਤੇ ਕੇਵਲ ਉਹਨੂੰ ਕਹਿਣਾ ਕਿ ਤੂੰ 99% ਤੇਰੇ ਨੰਬਰ ਹੀ ਹੋਣੇ ਚਾਹੀਦੇ ਆ, ਇਹ ਇੱਕ ਪਹਿਲੂ ਤਾਂ ਹੋ ਸਕਦਾ ਹੈ। ਬੱਚੇ ਦੇ ਵਿਕਾਸ ਦੀ ਸਮੁੱਚੀ ਉਹਦੀ ਪਰਸਨੈਲਿਟੀ ਦੇ ਵਿਕਾਸ ਦਾ ਇਹ ਸਮੁੱਚਾ ਪਹਿਲੂ ਨਹੀਂ ਹੋ ਸਕਦਾ। ਸੋ ਜਿਹੜੇ ਪੇਰੈਂਟਸ ਜਿਹੜੇ ਹੈਗੇ ਇਸ ਦੌੜ ਦੇ ਵਿੱਚ ਲੱਗੇ ਹੋਏ, ਜਿੱਦਾਂ ਤੁਸੀਂ ਕਹਿੰਦੇ ਮਹਿੰਗੀਆਂ ਫੀਸਾਂ, ਵਧੇਰੇ ਖਰਚੇ, ਫਿਰ ਉਹਨੂੰ ਕਿਤੇ ਬੱਚੇ ਨੂੰ ਨਾ ਤੁਸੀਂ ਇੱਦਾਂ ਸਮਝਣਾ ਜਿਵੇਂ ਆਪਾਂ ਕਹਿ ਲਈਏ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਇਸ ਤਰ੍ਹਾਂ ਦੀ ਸ਼ਰਤ ਲਾ ਲਈ ਹੈ, ਜਿਸ ਤਰ੍ਹਾਂ ਅਸੀਂ ਜੂਆ ਖੇਡ ਰਹੇ ਹਾਂ ਕਿ ਸਾਰਾ ਕੁਝ ਪੈਸਾ ਬੱਚੇ ਤੇ ਲਾਤਾ ਹੈ ਤਾਂ ਹੁਣ ਇਹ ਸੋਨੇ ਦੀ ਖਾਣ ਆ, ਇਹਦੇ 'ਚੋਂ ਸਾਰਾ ਕੁਝ ਅਸੀਂ ਕੱਢਣਾ ਹੈ। ਜਦੋਂ ਸਾਡੀ ਪੇਰੈਂਟਸ ਦੀ ਰਾਏ ਬਣ ਜਾਂਦੀ ਹੈ ਨਾ ਕਿ ਸਾਡਾ ਬੱਚਾ ਹੁਣ ਇਹਦੇ 'ਤੇ ਖਰਚਾ ਕਰ ਰਹੇ ਹੈ ਅਤੇ ਸਾਰਾ ਕੁਝ ਇਹਦੇ ਵਿੱਚੋਂ ਕੱਢਣਾ, ਤਾਂ ਫਿਰ ਉਹ ਜਿਹੜਾ ਪ੍ਰੈਸ਼ਰ ਬਣਦਾ ਨਾ ਉਹ ਕਈ ਵਾਰੀ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵੱਲ ਨੂੰ ਲੈ ਜਾਂਦਾ। ਸੋ ਪੇਰੈਂਟਸ ਨੂੰ ਵੀ ਚਾਹੀਦਾ ਹੈ ਮਾਨਸਿਕ ਸੰਤੁਲਨ ਜੇ ਕਾਇਮ ਰੱਖਿਆ ਜਾਵੇ ਤਾਂ ਸ਼ਾਇਦ ਬਹੁਤ ਸਾਰੀਆਂ ਗੱਲਾਂ ਦਾ ਬਚਾਅ ਵੀ ਰਹਿ ਸਕਦਾ। ਜੀ ਬਿਲਕੁਲ। ਤੁਸੀਂ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇहद ਪਸੰਦ ਕਰਦੇ ਹੋ। ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹੋ। ਬਹੁਤ ਸਾਰੇ ਤੁਹਾਡੇ ਸੁਨੇਹੇ ਫੇਸਬੁੱਕ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਨੇ। ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦਾ ਜਵਾਬ ਜ਼ਰੂਰ ਦਿੱਤਾ ਜਾਵੇ। ਇਸ ਪ੍ਰੋਗਰਾਮ ਦੇ ਬਾਬਤ ਕੋਈ ਸਵਾਲ ਹੁੰਦਾ ਜਾਂ ਫਿਰ ਕੋਈ ਸੁਝਾਅ ਹੁੰਦਾ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਬਹੁਤ ਚੰਗਾ ਲੱਗਦਾ। ਜੇ ਕੋਈ ਤੁਹਾਡੇ ਏਰੀਏ ਦੀ ਖਬਰ ਹੁੰਦੀ ਹੈ ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੈ ਜੀ। ਮਿਲਾਂਗੇ ਆਪਾਂ ਕੱਲ ਇੱਕ ਹੋਰ ਨਵੇਂ ਸਵਾਲਾਂ ਦੇ ਨਾਲ ਤੇ ਨਵੇਂ ਜਵਾਬਾਂ ਦੇ ਨਾਲ। ਤੱਕ ਤੱਕ ਦੀ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।